प्यारे दर्शकों, सत श्री अकाल, नमस्कार, आदाब, खुश आमदीद। मैं बलविंदर सिंह जम्मू लाइव शो लैके तुहाडे कोल हाज़र हाँ। इस शो दे विच साडे नाल अज उगे वकील हरचंद सिंह बाट मेरे नाल हन। कल भी असी एक प्रोग्राम इंटरव्यू जिहड़ी है तुसीं देख रहे होगे, जिहड़ी चल रही है। कल भी एक वकील साहब नाल गलबात सीगी। वो जिहड़ा मलतानी केस आ उहदे मुख वकील ने प्रदीप विरक होनी, उन्हां नाल गलबात कीती सी। क्योंकि हुण जिहड़े मामले है सारे जिहड़े वो अदालतां दे विच ने, अदालतां दे विच ही उन्हां दा फैसला होना। तो इस करके असी आप इस गल दा फैसला किया है कि इन्हां मामलिਆਂ ਦੇ ਵਿੱਚ ਜਿਹੜੀਆਂ ਕਾਨੂੰਨੀ ਪੇਚੀਦਗੀਆਂ ਨੇ ਉਹਨਾਂ ਦੇ ਬਾਰੇ ਵਕੀਲਾਂ ਨਾਲ ਹੀ ਡਿਸਕਸ ਕੀਤਾ ਜਾਵੇ। ਤੇ ਇਸ ਕਰਕੇ ਅਸੀਂ ਅੱਜ ਬਾਟ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਸਾਡੇ ਸ਼ੋਅ 'ਚ ਆਓ, तो ਉਹ ਸਾਡੇ ਨਾਲ इस ਵੇਲੇ ਹਾਜ਼ਰ ਨੇ। ਤੇ ਇਸ ਕਰਕੇ ਅਸੀਂ ਅੱਜ ਦਾ ਜਿਹੜਾ ਕੇਸ ਵੀ ਆ ਉਹ ਮੁੱਖ ਤੌਰ ਤੇ ਸੁਮੇਧ ਸੈਣੀ ਦੇ ਆਲੇ ਦੁਆਲੇ ਡਿਸਕਸ ਕਰਾਂਗੇ। ਤੇ ਜਿਹੜਾ ਬਾਈਬਲ ਕਾਂਡ ਹੈ, ਗੋਲੀ ਕਾਂਡ, ਜਿਹਨੂੰ ਲੈ ਕੇ ਪੰਜਾਬ ਦੇ ਵਿੱਚ ਕਾਫੀ ਰੋਸ ਫੈਲਿਆ ਸੀਗਾ। ਜਿਹੜਾ ਬੁਰਜ ਜਵਾਹਰ ਸਿੰਘ ਵਾਲਾ ਪਹਿਲਾਂ ਬੀੜ ਚੋਰੀ ਹੋਈ ਸੀ, ਬੀੜ ਚੋਰੀ ਤੋਂ ਬਾਅਦ ਜਿਹੜਾ ਲੋਕਾਂ ਦੇ ਵਿੱਚ ਰੋਹ ਗੁੱਸਾ ਉਪਜਿਆ ਸੀਗਾ ਤੇ ਉਸ ਤੋਂ ਬਾਅਦ ਕੋਟਕਪੂਰੇ ਦੇ ਵਿੱਚ ਲੋਕਾਂ ਨੇ ਧਰਨਾ ਲਾਇਆ ਸੀਗਾ। ਫਿਰ ਬਾਈਬਲ ਜਿਹੜਾ ਪਿੰਡ ਆ ਬਾਈਬਲ ਕਲਾਂ ਉੱਥੇ ਧਰਨਾ ਦਿੱਤਾ ਸੀਗਾ। ਜਦੋਂ ਧਰਨਾ ਦੇ ਰਹੇ ਸੀਗੇ ਲੋਕ ਤਾਂ ਉਹਨਾਂ ਦੇ ਉੱਪਰ ਗੋਲੀ ਚਲਾਈ ਗਈ ਸੀਗੀ। ਤੇ ਉਸ ਮਾਮਲੇ ਦੇ ਵਿੱਚ ਜਿਹੜੇ ਉਹਦੀ ਇਨਕੁਆਇਰੀ ਕਰ ਰਹੇ, ਜਾਂਚ ਕਰ ਰਹੇ, ਉਹ ਦੋਨਾਂ ਕਾਂਡ ਦੀ ਗੋਲੀ ਚਲਾਉਣ ਦੀ IG ਕੁਮਰ ਵਿਜੇ ਪ੍ਰਤਾਪ ਨੇ ਕੱਲ ਜਿਹੜੀ ਹੈ ਆਪਣੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਇੱਕ ਵੱਡਾ ਬਿਆਨ ਦਿੱਤਾ। ਉਹਨਾਂ ਕਿਹਾ ਵੀ ਜਿਹੜੀ ਗੋਲੀ ਚਲਾਉਣ ਦੀ ਸਾਜ਼ਿਸ਼ ਸੀਗੀ ਇਹ ਜਿਹੜੀ ਉਸ ਵੇਲੇ ਦੇ DGP ਸੁਮੇਧ ਸੈਣੀ ਤੇ ਉਸ ਦੇ ਨਾਲ ਜਿਹੜੇ IG ਉਮਰਾ ਨੰਗਲ ਉਹਨਾਂ ਨੇ ਰਚੀ ਸੀਗੀ। ਇਹ ਵੱਡਾ ਬਿਆਨ ਆ। ਤੇ ਉਹਨਾਂ ਨੇ ਇਸ ਦੇ ਨਾਲ ਮੈਨੂੰ ਲੱਗਦਾ ਵੀ ਸੁਮੇਧ ਸੈਣੀ ਦੀ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਬਹੁਤ ਜ਼ਿਆਦਾ ਵੱਧ ਗਈਆਂ ਨੇ। ਦੂਜੇ ਪਾਸੇ ਜਿਹੜਾ ਮਲਤਾਨੀ ਕੇਸ ਹੈ ਉਹਦੇ ਵਿੱਚ ਉਹ ਜ਼ਮਾਨਤ ਕਰਵਾਉਣ ਲਈ ਜਿਹੜਾ ਸੁਪਰੀਮ ਕੋਰਟ ਪਹੁੰਚ ਗਿਆ। ਉਸ ਦੇ ਨਾਲ ਹੀ ਇੱਕ ਤੀਜਾ ਕੇਸ ਜਿਹੜਾ CBI ਦੀ ਅਦਾਲਤ ਦੇ ਵਿੱਚ ਦਿੱਲੀ ਚੱਲ ਰਿਹਾ, ਉਹਦੇ ਵਿੱਚ ਵੀ ਇੱਕ ਉਹਨਾਂ ਨੂੰ ਨੋਟਿਸ ਹੋ ਗਿਆ ਵੀ ਕਿਉਂਕਿ ਤੁਸੀਂ Z+ ਸਿਕਿਉਰਿਟੀ ਛੱਡ ਕੇ ਭੱਜੇ ਹੋਏ ਹੋ, ਫਰਾਰ ਹੋਏ ਹੋ, ਤੇ ਤੁਹਾਨੂੰ ਜਿਹੜੀ ਨਿੱਜੀ ਪੇਸ਼ੀ ਤੋਂ ਜਿਹੜੀ ਛੋਟ ਦਿੱਤੀ ਸੀ ਉਹ ਵਾਪਸ ਕਿਉਂ ਨਾ ਲਈ ਜਾਵੇ। ਇਹ ਤਿੰਨ ਮਾਮਲੇ ਜਿਹੜੇ ਆ ਇਸ ਵੇਲੇ ਸੈਣੀ ਦੇ ਖਿਲਾਫ ਜਿਹੜੇ ਚੱਲ ਰਿਹਾ। ਤੇ ਅਸੀਂ ਬਾਟ ਸਾਹਿਬ ਤੋਂ ਜਾਣਨਾ ਚਾਹਾਂਗੇ ਕਿ ਜਿਹੜਾ ਬਾਈਬਲ ਕਲਾਂ ਵਾਲਾ ਕੇਸ ਹੈ, ਜਿਹੜਾ ਕੱਲ IG ਕੁਮਰ ਵਿਜੇ ਪ੍ਰਤਾਪ ਨੇ ਜਿਹੜਾ ਉੱਥੇ ਜਾ ਕੇ ਜੋ ਗੱਲਾਂ ਕਹੀਆਂ, ਤੇ ਨਾਲ ਇੱਕ ਇੰਸਪੈਕਟਰ ਦਾ ਜਿਹੜਾ ਪ੍ਰਦੀਪ ਸਿੰਘ ਦਾ 18 ਸਫ਼ਿਆਂ ਦਾ ਇੱਕ ਐਫੀਡੇਵਿਟ ਦਿੱਤਾ ਉੱਥੇ ਅਦਾਲਤ ਦੇ ਵਿੱਚ, ਇਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡੇ ਐਕਸਪਰਟ ਰਾਏ ਕੀ ਹੈ? ਜੰਮੂ ਸਾਹਿਬ, ਇਹ ਜਿਹੜਾ ਵਿਸ਼ਾ ਹੈ ਨਾ ਬਹੁਤ ਚਰਚਿਤ ਬਣ ਰਿਹਾ ਹੈ। ਔਰ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਸੈਣੀ ਜਿਹੜਾ ਹੈ ਇਹਦੀਆਂ ਮੁਸ਼ਕਲਾਂ ਜ਼ਰੂਰ ਵੱਧ ਰਹੀਆਂ ਨੇ ਹੁਣ ਸੁਮੇਧ ਸਿੰਘ ਸੈਣੀ ਦੀਆਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਹੁਣ ਬੜਾ ਚਿਰ ਉਹਨੇ ਇੰਜੋਏ ਕਰ ਲਿਆ, ਬੜੇ ਚਿਰ ਉਹਨੇ ਮਜ਼ੇ ਲੈ ਲਏ ਆ, ਇੰਨੇ ਸਾਲਾਂ ਦੇ ਬਾਅਦ ਵੀ, ਇਹ ਸਾਰਾ ਕੁਝ ਕਰਾਉਣ ਦੇ ਬਾਅਦ ਵੀ, ਕਿਉਂਕਿ ਬਹੁਤ ਪ੍ਰਭਾਵਸ਼ਾਲੀ ਵਿਅਕਤੀ ਆ, ਬਹੁਤ ਉੱਚੇ ਅਹੁਦੇ ਤੇ ਰਿਹਾ ਤੇ ਬੜੇ ਨੇੜੇ ਦੇ ਲਿੰਕ ਉਹਦੇ ਜਿਹੜੇ ਆ ਬਹੁਤ ਸਾਰੇ ਸਿਆਸੀ ਆਗੂਆਂ ਦੇ ਨਾਲ, ਸਿਆਸੀ ਪਾਰਟੀਆਂ ਦੇ ਨਾਲ, ਹਰ ਤਰ੍ਹਾਂ ਦੇ ਨਾਲ ਜਿਹੜੇ ਰਹਿ ਰਹੇ। ਹੁਣ ਜਿਹੜਾ ਇਸ਼ੂ ਆ ਗਿਆ ਨਾ ਇਹ ਬਾਈਬਲ ਕਲਾਂ ਵਾਲੇ ਜਿਹੜੀ ਤੁਸੀਂ ਗੱਲ ਕੀਤੀ ਹੈ, ਜੇ ਆਪਾਂ ਇਹਦੀ ਹੁਣ ਚਰਚਾ ਛੇੜੀਏ ਤੇ ਉਹਦੇ ਵਿੱਚ ਜਿਹੜਾ ਇੰਸਪੈਕਟਰ ਪ੍ਰਦੀਪ ਸਿੰਘ ਹੈ ਉਹ ਹੁਣ ਵਾਧਾ ਮੁਆਫ ਗਵਾਹ ਬਣ ਰਿਹਾ। ਜਿਹੜਾ ਉਹਨੇ ਐਫੀਡੇਵਿਟ ਦਿੱਤਾ ਹੈ ਨਾ, ਆਪਣਾ ਬਿਆਨ ਦਿੱਤਾ ਹੈ, ਜਿਹੜਾ ਕੋਰਟ ਦੇ ਵਿੱਚ ਪੇਸ਼ ਹੋਊਗਾ ਤੇ ਕੋਰਟ ਨੇ ਜਿਹੜਾ ਹੈ ਉਹ ਜਿਹੜਾ ਉਹਦਾ ਮੁੱਖ ਜਿਹੜਾ SIT ਦਾ ਜਿਹੜਾ ਆਫਿਸਰ ਹੈ, ਜਾਂਚ ਆਫਿਸਰ ਹੈ, ਜਿਹਨੂੰ ਅਸੀਂ IO ਇਨਵੈਸਟੀਗੇਟਿੰਗ ਆਫਿਸਰ ਕਹਿੰਦੇ ਆ, ਉਹ ਹੈਗਾ ਕੰਵਰ ਵਿਜੇ ਪ੍ਰਤਾਪ ਸਿੰਘ। ਉਹਨੂੰ ਵੀ ਕੋਰਟ ਨੇ ਸੱਦਿਆ ਵੀ ਦੱਸੋ ਇਹ ਜਿਹੜਾ ਇੰਸਪੈਕਟਰ ਪ੍ਰਦੀਪ ਸਿੰਘ ਹੈ ਇਹਨੇ ਆਪਣਾ ਬਿਆਨ ਦਿੱਤਾ ਹੈ ਕਿ ਉਹ ਵਾਧਾ ਮਾਫ ਗਵਾਹ ਬਣਨਾ ਚਾਹੁੰਦਾ। ਵਾਧਾ ਮੁਆਫ ਗਵਾਹ ਬਣਦਾ ਜੰਮੂ ਸਾਹਿਬ ਮਤਲਬ ਇਹ ਹੈ ਕਿ ਉਹ ਮੰਨ ਰਿਹਾ ਹੈ ਕਿ ਹਾਂ ਇਹ ਸਾਰਾ ਕੁਝ ਜੋ ਹੋਇਆ ਇਹ ਠੀਕ ਹੋਇਆ ਤੇ ਮੈਂ ਜੋ ਕੋਰਟ ਦੇ ਵਿੱਚ ਜਿਹੜਾ ਵਾ ਉਹ ਸਹੀ ਸਾਰੀ ਗੱਲ ਦੱਸੂਗਾ ਤੇ ਇਹਦੇ ਇਵਜ਼ ਦੇ ਵਿੱਚ ਮੈਨੂੰ ਮਾਫ ਕਰ ਦਿੱਤਾ ਜਾਵੇ। ਹੁਣ ਉਹਨੇ ਜਿਹੜਾ ਉੱਥੇ ਆਪਣਾ ਬਿਆਨ ਦਿੱਤਾ ਹੈ ਉਹ ਉਸ ਤੋਂ ਬਾਅਦ ਜੱਜ ਦੇ ਕੋਲੇ ਅਜੇ ਸੀਲ ਕਵਰ ਦੇ ਵਿੱਚ ਹੈ, ਸੀਲ ਕਵਰ ਦੇ ਵਿੱਚ ਉਹਨੇ ਦਿੱਤਾ, ਅਜੇ ਖੋਲ੍ਹਿਆ ਨਹੀਂ ਕੋਰਟ ਨੇ। ਸਿਰਫ ਉਹਨੇ ਨਾਲ ਇਹ ਜ਼ਬਾਨੀ ਕਿਹਾ ਕਿ ਹਾਂ ਮੈਂ ਜਿਹੜਾ ਇਹ ਬਿਆਨ ਦੇਣਾ ਚਾਹੁੰਦਾ, ਮੈਨੂੰ ਇਜਾਜ਼ਤ ਦਿੱਤੀ ਜਾਵੇ ਤੇ ਮੈਂ ਜਿਹੜਾ ਵਾ ਉਹ ਵਾਧਾ ਮੁਆਫ ਗਵਾਹ ਬਣਨ ਲਈ ਤਿਆਰ ਹਾਂ। ਹੁਣ ਉਹਨਾਂ ਨੇ ਜਿਹੜਾ ਇਨਵੈਸਟੀਗੇਟਿੰਗ ਏਜੰਸੀ ਹੈ, ਜਿਹੜੀ ਜਾਂਚ ਕਰ ਰਹੀ ਪੁਲਿਸ ਹੈ, ਉਹਨਾਂ ਨੂੰ ਨੋਟਿਸ ਕਰ ਦਿੱਤਾ ਕੋਰਟ ਨੇ। ਹੁਣ ਨੈਕਸਟ ਟਾਈਮ ਦੇ ਉੱਤੇ ਜਿਹੜੀ 15 ਤਰੀਕ ਹੈ ਉਹਦੇ ਵਿੱਚ ਜਿਹੜਾ ਵਾ IO ਜਾਊਗਾ। ਉੱਥੇ ਜਿਹੜਾ ਜੱਜ ਸਾਹਿਬ ਪੁੱਛਣਗੇ ਵੀ ਦੱਸੋ
ਤੁਸੀਂ ਇਹਨੂੰ ਵਾਧਾ ਮਾਫ ਗਵਾਹ ਬਣਾਉਣਾ ਚਾਹੁੰਦੇ ਹੋ ਕਿ ਨਹੀਂ ਬਣਾਉਣਾ ਚਾਹੁੰਦੇ। ਇੱਥੇ ਮੈਂ ਇਹ ਦੱਸ ਦਵਾਂ ਕਿ ਕਾਨੂੰਨ ਦੇ ਮੁਤਾਬਕ ਇਹ ਨਹੀਂ ਹੈ ਕਿ ਜਿਹੜਾ ਮਰਜ਼ੀ ਜਾ ਕੇ ਤੇ ਕੋਰਟ ਨੂੰ ਕਹੇ ਕਿ ਮੈਂ ਵਾਧਾ ਮਾਫ ਗਵਾਹ ਬਣਾਉਣਾ ਚਾਹਨਾ। ਜਿੰਨਾ ਚਿਰ ਤੱਕ ਪੁਲਿਸ ਇਹ ਨਹੀਂ ਕਹਿੰਦੀ ਕਿ ਹਾਂ ਅਸੀਂ ਇਹਨੂੰ ਗਵਾਹ ਵਾਧਾ ਮਾਫ ਗਵਾਹ ਬਣਾਉਣਾ ਚਾਹੁੰਦੇ ਹਾਂ ਤੇ ਇਹਦਾ ਜਿਹੜਾ ਸਟੇਟਮੈਂਟ ਹੈ ਇਹ ਰਿਕਾਰਡ ਕਰ ਲਓ, ਉਹਨਾਂ ਚਿਰ ਦੇ ਤੱਕ ਜਿਹੜਾ ਵਾ ਉਹ ਕੋਰਟ ਉਸ ਨੂੰ ਨਹੀਂ ਮੰਨਦੀ। ਤੇ ਪੁਲਿਸ ਕਦੋਂ ਚਾਹੁੰਦੀ ਹੈ? ਪੁਲਿਸ ਉਸ ਵੇਲੇ ਚਾਹੁੰਦੀ ਹੈ ਕਿ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਉਹਦਾ ਜਿਹੜਾ ਸਾਰੀ ਉਹਦੀ ਜਿਹੜੀ ਜਾਂਚ ਕੀਤੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਇਹ ਡਿਫੈਕਟ ਹੈ ਜਾਂ ਕਮਜ਼ੋਰੀ ਹੈ ਕਿ ਇਹ ਬੰਦੇ ਜਿਹੜੇ ਦੋਸ਼ੀ ਹੈ ਉਹ ਬਰੀ ਹੋ ਸਕਦੇ ਆ। ਇਸ ਕਰਕੇ ਉਹ ਜਿਹੜਾ ਚਾਹੁੰਦੇ ਆ ਕਿ ਹਾਂ ਜਿਹੜਾ ਇਹਨਾਂ ਦੇ ਵਿੱਚ ਇੱਕ ਦੋਸ਼ੀ ਹੈ ਉਹ ਜਿਹੜੀ ਚੇਨ ਹੈ, ਜਿਹੜੀ ਕੜੀ ਆ ਦੋਸ਼ੀਆਂ ਦੀ, ਉਹਨਾਂ ਦੇ ਵਿੱਚੋਂ ਅਸੀਂ ਇਹ ਕੜੀ ਤੋੜ ਕੇ ਉਹਨੂੰ ਆਪਣੇ ਵੱਲ ਕਰ ਲਈਏ। ਆਪਣੇ ਵੱਲ ਕਰਨ ਦਾ ਮਤਲਬ ਹੈ ਕਿ ਉਹ ਪੁਲਿਸ ਦੇ ਬਿਹਾਫ ਤੇ, ਇਨਵੈਸਟੀਗੇਟਿੰਗ ਏਜੰਸੀ ਦੇ ਬਿਹਾਫ ਤੇ ਕੋਰਟ ਦੇ ਵਿੱਚ ਬਿਆਨ ਦਊਗਾ ਕਿ ਹਾਂ ਮੈਂ ਉਸ ਵੇਲੇ ਹਾਜ਼ਰ ਸੀ, ਮੈਂ ਉੱਥੇ ਸੁਣਿਆ ਜਾਂ ਮੈਂ ਵੇਖਿਆ ਤੇ ਇਹ ਸਾਰੀ ਜਿਹੜੀ ਘਟਨਾ ਹੋਈ ਹੈ। ਉਸ ਤੋਂ ਬਾਅਦ ਉਹਦਾ ਜਿਹੜਾ ਬਿਆਨ ਹੈ ਉਹ ਜੱਜ ਸਾਹਿਬ ਦੇ ਸਾਹਮਣੇ ਹੁੰਦਾ, ਜਿਹਨੂੰ ਕਿਹਾ ਜਾਂਦਾ 164 ਦਾ ਬਿਆਨ, 164 CRPC ਕ੍ਰਿਮੀਨਲ ਪ੍ਰੋਸੀਜਰ ਕੋਡ। ਉਹ ਜੱਜ ਦੇ ਸਾਹਮਣੇ ਸਹੁੰ ਖਾ ਕੇ 164 ਦੇ ਥੱਲੇ ਆਪਣੇ ਜਿਹੜੇ ਬਿਆਨ ਆ ਉਹ ਰਿਕਾਰਡ ਕਰਾਉਂਦਾ ਕਿ ਹਾਂ ਇਹ ਸਾਰਾ ਕੁਝ ਜਿਹੜਾ ਮੈਂ ਵੇਖਿਆ ਤੇ ਮੈਂ ਸੁਣਿਆ ਜਾਂ ਮੈਂ ਜਿਹੜੀ ਇਹਦੀ ਮੈਂ ਸਾਰੀ ਜਾਣਕਾਰੀ ਜਿਹੜੀ ਮੇਰੇ ਇਹਦੇ ਕੋਲ ਹੈ ਤੇ ਉਹਦੇ ਮੁਤਾਬਕ ਉਹ ਆਪਦਾ ਬਿਆਨ ਰਿਕਾਰਡ ਕਰਾਉਂਦਾ। ਜੱਜ ਸਾਹਿਬ ਉਹਦਾ ਬਿਆਨ ਰਿਕਾਰਡ ਕਰਾਉਂਦੇ ਆ। ਫਿਰ ਉਹ ਮੁਕੱਦਮੇ ਦੇ ਵਿੱਚ ਜਦੋਂ ਕੇਸ ਚੱਲਦਾ ਹੈ, ਕੇਸ ਦੇ ਦੌਰਾਨ ਜਿਹੜਾ ਹੈ ਉਹ ਬਿਆਨ ਪੜ੍ਹਿਆ ਜਾਂਦਾ ਤੇ ਜੱਜ ਸਾਹਿਬ ਜਿਹੜਾ ਉਹਦੇ ਤੇ ਰਿਲਾਈ ਕਰਦੇ ਆ ਕਿ ਹਾਂ ਇਹ ਬੰਦਾ ਜਿਹੜਾ ਦੋਸ਼ੀ ਸੀ, ਜਿਹੜਾ ਵਿੱਚ ਖੁਦ ਇਨਵੋਲਵ ਸੀ, ਜਿਹਨੇ ਸੁਣਿਆ ਵੇਖਿਆ ਜਾਂ ਜਿਹਨੂੰ ਜਾਣਕਾਰੀ ਹੈ, ਉਹਨੇ ਬਿਆਨ ਦਿੱਤਾ। ਇਸ ਕਰਕੇ ਇਹਦੀ ਜਿਹੜੀ ਸਟੇਟਮੈਂਟ ਹੈ, ਇਹਦਾ ਜਿਹੜਾ ਬਿਆਨ ਹੈ ਉਹ ਮੰਨਿਆ ਜਾ ਸਕਦਾ ਤੇ ਮੰਨਣ ਦੇ ਬਾਅਦ ਉਸ ਬਿਆਨ ਦੇ ਬਿਹਾਫ ਤੇ ਦੋਸ਼ੀਆਂ ਨੂੰ ਸਜ਼ਾ ਹੋ ਸਕਦੀ। ਬਾਟ ਸਾਹਿਬ ਇਹਦੇ ਵਿੱਚ ਇੱਕ ਇੰਟਰਸਟਿੰਗ ਗੱਲ ਇਹ ਹੈਗੀ ਵੀ ਉਸ ਸਮੇਂ ਦੀ ਜਿਹੜੀ ਪਾਰਟੀ ਸੀ, ਜਿਹੜੀ ਰਾਜ ਭਾਗ ਕਰਦੀ ਸੀ, ਉਹ ਬਾਦਲ ਫੈਮਿਲੀ ਸੀ ਬਿਲਕੁਲ ਠੀਕ ਹੈ ਤੇ ਅਕਾਲੀ ਦਲ BJP ਦਾ ਗੱਠਜੋੜ ਸੀਗਾ। ਕੀ ਇਹ ਕੇਸ ਜਿਹੜਾ ਇਹ ਉਹਨਾਂ ਨੂੰ ਇਸ ਗੱਲ ਨੂੰ ਲੈ ਕੇ ਕਾਫੀ ਚਰਚਾ ਹੁੰਦੀ ਰਹੀ ਹੈ ਵੀ ਉਹਨਾਂ ਨੇ ਜਿਹੜੀ ਗੋਲੀ ਚਲਾਈ ਹੈ ਉੱਪਰੋਂ ਹੁਕਮ ਕਿੰਨੇ ਦਿੱਤਾ? ਇਸ ਮਾਮਲੇ 'ਚ ਸੁਖਬੀਰ ਬਾਦਲ ਨੂੰ ਵੀ ਜਿਹੜਾ ਸੱਦਿਆ ਗਿਆ ਸੀ, ਵੱਡੇ ਬਾਦਲ ਸਾਹਿਬ ਨੂੰ ਵੀ ਸੱਦਿਆ ਗਿਆ ਸੀ, ਉਹਨਾਂ ਬਾਰੇ ਕੀ? ਮੈਂ ਜੰਮੂ ਸਾਹਿਬ ਜਿਹੜਾ ਨਾ ਹਮੇਸ਼ਾ ਹੀ ਇਹ ਕਹਿਣਾ ਕਿ ਜਿਹੜੇ ਪੁਲਿਸ ਆਫੀਸਰ ਹੈ ਨਾ ਇਹ ਤਾਂ ਇੱਕ ਮੋਹਰੇ ਹੁੰਦੇ ਆ, ਇਹ ਮੋਹਰੇ ਹੁੰਦੇ ਆ। ਇਹ ਆਪਣੇ ਆਪ ਦੇ ਵਿੱਚ ਇਹਨਾਂ 'ਚ ਤਾਕਤ ਨਹੀਂ ਹੈ ਕਿ ਆਪਣੇ ਆਪ ਦੇ ਵਿੱਚ ਐਡਾ ਵੱਡਾ ਐਕਸ਼ਨ ਕਰ ਜਾਣ ਜਾਂ ਐਡੀ ਵੱਡੀ ਜਿਹੜੀ ਕਾਰਵਾਈ ਆ ਕਰ ਦੇ। ਇਹਨਾਂ ਦੇ ਪਿੱਛੇ ਕੋਈ ਨਾ ਕੋਈ ਗੋਡ ਫਾਦਰ ਹਮੇਸ਼ਾ ਹੀ ਗੋਡ ਫਾਦਰ ਹੁੰਦਾ ਹੈ। ਔਰ ਇਹ ਸਾਰੀ ਜਾਂਚ ਦੇ ਵਿੱਚ ਵੀ ਇਹ ਗੱਲ ਆਈ ਹੈ ਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤਾਂ ਸੈਣੀ ਸਾਹਿਬ ਦੀਆਂ ਜਿਹੜੀਆਂ ਕਿੰਨੀਆਂ ਕਾਲਾਂ ਸੁਖਬੀਰ ਬਾਦਲ ਦੇ ਨਾਲ, ਈਵਨ ਕਿ ਵੱਡੇ ਬਾਦਲ ਦੇ ਨਾਲ ਲਗਾਤਾਰ ਜਿਹੜਾ ਵਾ ਉਹ ਇਨ ਲਿੰਕ ਦੇ ਵਿੱਚ ਸੀ। ਜਿਹੜੇ ਪਰਮਜੀਤ ਉਮਰਾ ਨੰਗਲ ਦੀ ਤੁਸੀਂ ਗੱਲ ਕੀਤੀ ਹੈ, ਉਹ ਸੰਪਰਕ ਦੇ ਵਿੱਚ ਸੀ ਸੈਣੀ ਦੇ, ਤੇ ਸੈਣੀ ਸੰਪਰਕ ਦੇ ਵਿੱਚ ਸੀ ਅੱਗੇ। ਹੁਣ ਇਹ ਸਮਝ ਨਹੀਂ ਆ ਰਹੀ ਕਿ ਇਨਵੈਸਟੀਗੇਟਿੰਗ ਏਜੰਸੀ ਜਾਂ ਪੰਜਾਬ ਪੁਲਿਸ ਜਿਹਨੂੰ ਅਸੀਂ ਕਹਿ ਦਈਏ, ਜਿਹਦਾ ਜਿਹੜਾ ਕੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਬਹੁਤ ਵੱਡਾ ਇਮਾਨਦਾਰ ਅਫਸਰ ਉਹਨੂੰ ਕਹੀ ਜਾਂਦੇ ਆ, ਬੜਾ ਵੱਡਾ ਅਫਸਰ ਹੈ, ਵੀ ਇਹ ਜਿਹੜੀਆਂ ਤਾਰਾਂ ਨੇ, ਇਹ ਤਾਰਾਂ ਸਿਰਫ ਜਿਹੜੀਆਂ ਸੈਣੀ ਤੇ ਆ ਕੇ ਕਿਉਂ ਖਤਮ ਹੋ ਜਾਂਦੀਆਂ ਵਾ, ਇਹਦਾ ਕਨੈਕਸ਼ਨ ਅੱਗੇ ਕਿਉਂ ਨਹੀਂ ਤੁਰਦਾ? ਇਹ ਜ਼ਰੂਰੀ ਹੁੰਦਾ ਹੈ ਹਮੇਸ਼ਾ ਹੀ ਕਿ ਜਿਹੜੀ ਸਰਕਾਰ ਹੈ, ਸਰਕਾਰ ਦਾ ਜਿਹੜਾ ਮੁਖੀ ਹੈ, ਉਹਦੀਆਂ ਜਿਹੜੀਆਂ ਨੀਤੀਆਂ ਨੇ, ਉਹਦੀਆਂ ਜਿਹੜੀਆਂ ਪਾਲਿਸੀਜ਼ ਨੇ, ਉਹਦੇ ਮੁਤਾਬਕ ਹੀ ਪੁਲਿਸ ਆਫੀਸਰ ਜਿਹੜੇ ਆ ਕੰਮ ਕਰਦੇ। ਉਹ ਲਗਾਤਾਰ ਸਾਡੇ ਸਾਰਿਆਂ ਦੇ ਸਾਹਮਣੇ ਆ ਕਿ ਧਰਨਾ ਚੱਲ ਰਿਹਾ ਸੀ ਤੇ ਜਿਹੜਾ ਵਾ ਧਰਨਾ ਜਦੋਂ ਚੱਲ ਰਿਹਾ ਸੀ ਤਾਂ ਸਰਕਾਰ ਨੂੰ ਬੜਾ ਔਖਾ ਲੱਗ ਰਿਹਾ ਸੀ ਕਿ ਬੜਾ ਪਬਲਿਸਿਟੀ ਹੋ ਰਹੀ ਹੈ, ਮੀਡੀਆ ਦੇ ਵਿੱਚ ਸਾਰਾ ਕੁਝ ਚੱਲ ਰਿਹਾ, ਇਸ ਕਰਕੇ ਧਰਨਾ ਕਿਸੇ ਨਾ ਕਿਸੇ ਤਰ੍ਹਾਂ ਨਾਲ ਖਤਮ ਹੋਣਾ ਚਾਹੀਦਾ। ਔਰ ਉਹ ਖਤਮ ਕਰਨ ਦੇ ਦੀ ਇੱਕ ਕੜੀ ਦੇ ਵਿੱਚ ਹੀ ਉੱਥੇ ਉਹ ਗੋਲੀ ਚਲਾਈ ਗਈ, ਜਿਹਦੇ ਵਿੱਚ 2 ਬੰਦਿਆਂ ਦੀ ਜਿਹੜੀ ਹੈ ਉਹ ਮੌਤ ਹੋਈ। ਔਰ ਇਹਦਾ ਕਰਕੇ ਜਿਹੜਾ ਇਹ ਸਾਰਾ ਕੇਸ ਜਿਹੜਾ ਵਾ ਹੁਣ ਚੱਲ ਰਿਹਾ ਪੁਲਿਸ ਦੇ ਸਾਹਮਣੇ। ਔਰ ਮੈਂ ਕਹਿਣਾ ਚਾਹੁੰਦਾ ਇਸ ਗੱਲ ਦੇ, ਜੰਮੂ ਸਾਹਿਬ ਤੁਸੀਂ ਇਹ ਵੀ ਦੇਖੋ ਕਿ ਇਹ ਜਿਹੜਾ ਪਿੱਛੇ ਜਿਹੜਾ ਸੱਚਾ ਸੌਦਾ ਉਹਦਾ ਜਿਹੜਾ ਕੇਸ ਵੀ ਚੱਲਿਆ, ਉਹਦੇ ਵਿੱਚ ਵੀ ਕੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਇਹਦਾ ਕਨੈਕਸ਼ਨ ਉਹਦੇ ਨਾਲ ਜੋੜ ਰਿਹਾ, ਪਰ ਅਜੇ ਤੱਕ ਉਹਦੀ ਪੁੱਛਗਿੱਛ ਨਹੀਂ ਜੀ ਹੋਈ। ਪੁਲਿਸ ਨੇ ਇੱਕ ਵਾਰੀ 1-2 ਵਾਰੀ ਜਿਹੜਾ ਵਾ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਕੋਸ਼ਿਸ਼ ਜ਼ਰੂਰ ਕੀਤੀ, ਪਤਾ ਨਹੀਂ ਕਿੰਨੀ ਇਮਾਨਦਾਰੀ ਨਾਲ ਕੀਤੀ ਹੈ, ਜਾਂ ਜਿਵੇਂ ਪੰਜਾਬੀ ਚ ਕਹਿੰਦੇ ਕਿ ਗੋਂਗਲੂਆਂ ਤੋਂ ਮਿੱਟੀ ਝਾੜਨੀ, ਉਹ ਕੰਮ ਕੀਤਾ। ਉਹ ਤਾਂ ਕਹਿੰਦੇ ਹਰਿਆਣਾ ਸਰਕਾਰ ਨੇ, ਹਰਿਆਣਾ ਸਰਕਾਰ ਕੁਛ ਨਹੀਂ ਹੈ। ਇੱਕ ਜਿਹੜਾ ਇੰਸਪੈਕਟਰ ਜਿਹੜਾ ਨਾ ਪੁਲਿਸ ਦਾ, ਇਹ ਤਾਂ ਬਹੁਤ ਵੱਡਾ ਆਫੀਸਰ ਹੈ, IG ਹੈ, ਜਿਹੜਾ ਇੱਕ ਜਾਂਚ ਅਧਿਕਾਰੀ ਹੈ, ਜਿਹੜਾ ਸਬ ਇੰਸਪੈਕਟਰ ਵੀ ਜਿਹੜਾ ਨਾ ਪੁਲਿਸ ਦਾ,
ਉਹ ਵੀ ਜੇ ਕਹਿੰਦਾ ਜਾ ਕੇ ਕਿ ਇਹ ਇਸ ਮਾਮਲੇ ਦੇ ਵਿੱਚ ਇਸ ਬੰਦੇ ਦੀ ਮੈਂ ਸਟੇਟਮੈਂਟ ਰਿਕਾਰਡ ਕਰਨੀ ਆ, ਇਹ ਦੋਸ਼ੀ ਆ ਜਾਂ ਇਹ ਉਸ ਕੇਸ ਬਾਰੇ ਜਾਣਦਾ ਹੈ, ਤਾਂ ਇਸ ਕਰਕੇ ਮੈਂ ਕਰਨੀ ਹੈ, ਤਾਂ ਜਿਹੜਾ ਕੋਈ ਵੀ ਹਰਿਆਣਾ ਸਰਕਾਰ ਹੋਵੇ ਜਾਂ ਸੈਂਟਰ ਦੀ ਗਵਰਨਮੈਂਟ ਹੋਵੇ ਜਾਂ ਜਿਹੜਾ ਮਰਜ਼ੀ ਹੋਵੇ, ਉਹ ਨਾ ਨਹੀਂ ਕਰ ਸਕਦੇ। ਤੁਸੀਂ ਇਹ ਦੇਖਿਆ ਨਹੀਂ ਹੁਣ ਆ ਜਿਹੜੀ ਰੀਆ ਚੱਕਰਵਰਤੀ ਦੇ ਕੇਸ ਦੇ ਵਿੱਚ ਉਹ ਬਿਹਾਰ ਦੇ ਵਿੱਚੋਂ ਪੁਲਿਸ ਵਾਲਾ ਜਿਹੜਾ ਉੱਥੇ ਗਿਆ ਸੀ ਉਹ ਸਟੇਟਮੈਂਟ ਰਿਕਾਰਡ ਕਰਨ, ਤੇ ਉਹਨਾਂ ਨੇ ਜਿਹੜਾ ਨਾ ਨੁਕਰ ਕੀਤੀ ਤੇ ਇਮੀਡੀਏਟ ਰੌਲਾ ਪੈ ਗਿਆ, ਤੇ ਸੁਪਰੀਮ ਕੋਰਟ ਨੇ ਕਿਹਾ ਵੀ ਕਿਵੇਂ ਤੁਸੀਂ ਇਹਨੂੰ ਜਿਹੜਾ ਵਾ ਉਹ ਅਲਾਉਡ ਨਹੀਂ ਕਰ ਸਕਦੇ, ਕਿਵੇਂ ਤੁਸੀਂ ਜਿਹੜਾ ਇਹਨੂੰ ਇਕਾਂਤਵਾਸ ਦੇ ਵਿੱਚ ਕਰ ਦਿੱਤਾ ਬਹਾਨਾ ਲਾ ਕੇ। ਤੇ ਉਹ ਸਾਰਾ ਕੁਝ ਵੇਖੋ ਜਿਹੜਾ ਚੱਲ ਰਿਹਾ। ਮੇਰੇ ਖਿਆਲ ਬਾਠ ਸਾਹਿਬ ਉਹ ਜ਼ਿਆਦਾ ਪੋਲੀਟੀਕਲ ਮਾਮਲਾ, ਕਿਉਂਕਿ ਅੱਗੇ ਬਿਹਾਰ ਦੇ ਵਿੱਚ ਚੋਣਾਂ ਹੋਣੀਆਂ, ਚੋਣਾਂ ਹੋਣ ਕਰਕੇ ਮੈਂ ਮਤਲਬ ਰਾਜਪੂਤਾਂ ਦੀਆਂ ਵੋਟਾਂ ਦਾ ਵੀ ਇਸ਼ੂ ਹੈਗਾ। ਉਹ ਜੰਮੂ ਸਾਹਿਬ ਉੱਤੇ ਆਪਾਂ ਬਾਅਦ ਚ ਗੱਲ ਕਰ ਲਾਂਗੇ। ਮੈਂ ਇੱਕ ਉਦਾਹਰਨ ਦੇ ਰਿਹਾ ਕਿ ਜਿਹੜਾ ਆਈਓ ਦੀ ਪਾਵਰ ਹੈ ਨਾ, ਉਹ ਕੋਈ ਸਰਕਾਰ, ਮੁੱਖ ਮੰਤਰੀ ਜਾਂ ਕੋਈ ਵੀ ਮੰਤਰੀ ਜਾਂ ਕੋਈ ਵੀ ਜਿਹੜੀ ਅਧਿਕਾਰੀ ਹੈ ਉਹ ਰੋਕ ਨਹੀਂ ਸਕਦਾ ਜੇ ਜਾ ਕੇ ਲਿਖ ਕੇ ਦੇਵੇ ਕਿ ਹਾਂ ਇਹਦੀ ਸਟੇਟਮੈਂਟ ਅਸੀਂ ਰਿਕਾਰਡ ਕਰਨੀ ਹੈ। ਈਵਨ ਜੇ ਸਰਕਾਰ ਜਾਂ ਕੋਈ ਅਫੀਸਰ ਉਹਨੂੰ ਨਾ ਵੀ ਕਰਦਾ ਹੈ ਤਾਂ ਜਿਹੜੀ ਕੋਰਟ ਦੇ ਵਿੱਚੋਂ ਪਰਮਿਸ਼ਨ ਜਾ ਕੇ ਜਿਹੜਾ ਜੱਜ ਹੈ ਉਹ ਜਿਹੜਾ ਵਾ ਆਰਡਰ ਕਰੇਗਾ ਕਿ ਹਾਂ ਇਸ ਬੰਦੇ ਦੀ ਅਸੀਂ ਜਿਹੜੀ ਸਟੇਟਮੈਂਟ ਰਿਕਾਰਡ ਕਰਨੀ ਹੈ ਇਸ ਕੇਸ ਦੇ ਵਿੱਚ ਚਾਹੀਦੀ ਹੈ, ਇਸ ਕਰਕੇ ਇਹਨੂੰ ਪਰਮਿਸ਼ਨ ਦਿੱਤੀ ਜਾਵੇ। ਇਸ ਕਰਕੇ ਉਹ ਨਹੀਂ ਰੋਕ ਸਕਦੇ। ਹਾਂ, ਜਿਹੜੀ ਆਪਾਂ ਗੱਲ ਕਰ ਰਹੇ ਸੀ ਸੁਖਬੀਰ ਬਾਦਲ ਤੇ ਉਹਨਾਂ ਦੀ, ਹਾਂ, ਕਿ ਉਹ ਜਿਹੜਾ ਵਾ ਇਹ ਪਤਾ ਨਹੀਂ ਹੁਣ ਕੀ ਇਹਦੇ ਵਿੱਚ ਕਮੀ ਆ ਜਾਂ ਕੀ ਗੱਲ ਹੈ ਕਿ ਉਹ ਜਿਹੜਾ ਜਾਣ ਬੁੱਝ ਕੇ ਉਹ ਕੜੀ ਨੂੰ ਜਿਹੜਾ ਨਾ ਲਿੰਕ ਨੂੰ ਜਿਹੜਾ ਉੱਥੇ ਆ ਕੇ ਸੈਣੀ ਤੇ ਆ ਕੇ ਉਮਰਾ ਨੰਗਲ ਤੇ ਆ ਕੇ ਉੱਥੇ ਆ ਕੇ ਰੋਕ ਦਿੰਦੇ, ਉਸ ਤੋਂ ਅੱਗੇ ਕਿਉਂ ਨਹੀਂ ਕਰ ਰਹੇ? ਜਦੋਂ ਕਿ ਐਵੀਡੈਂਸ ਆਈ ਹੈ, ਜਿਹੜੀਆਂ ਕਾਰ ਰਿਕਾਰਡਸ, ਜਿਹੜੀਆਂ ਡਾਟਾ ਜਿਹੜਾ ਵਾ ਉਹਨਾਂ ਕੋਲ ਸਾਰਾ ਹੈ ਕਿ ਹਾਂ ਇਹ ਜਿਹੜੀਆਂ ਉਹਨਾਂ ਦੀ ਗੱਲਬਾਤ ਉਸ ਵੇਲੇ ਹੁੰਦੀ ਰਹੀ। ਇਸ ਕਰਕੇ ਜ਼ਰੂਰੀ ਹੈ ਕਿ ਜਿੱਥੋਂ ਕੰਮ ਸ਼ੁਰੂ ਹੋਇਆ ਟੌਪ ਤੋਂ, ਜਿੰਨਾ ਚਿਰ ਤੱਕ ਤੁਸੀਂ ਟੌਪ ਤੋਂ ਨਹੀਂ ਕੰਮ ਸ਼ੁਰੂ ਕਰਦੇ, ਥੱਲੇ ਵਾਲੇ ਜਿਹੜੇ ਆ ਕੋਈ ਇੰਸਪੈਕਟਰ ਫੜ ਲਿਆ, ਕੋਈ ਸਿਪਾਹੀ ਫੜ ਲਏ, ਦੂਸਰੇ ਕਰ ਲਏ, ਉਹ ਜਿਹੜਾ ਵਾ ਬੇਵਜ੍ਹਾ ਰਹਿ ਜਾਂਦੀ ਹੈ। ਕੰਮ ਜਿਹੜਾ ਵਾ ਉੱਪਰੋਂ ਸ਼ੁਰੂ ਕਰਨਾ ਚਾਹੀਦਾ ਤਾਂ ਕਿ ਅੱਗੇ ਤੋਂ ਇਹੋ ਜਿਹੀ ਕੋਈ ਘਟਨਾ ਨਾ ਹੋਵੇ। ਤੁਹਾਨੂੰ ਲੱਗਦਾ ਬਰਗਾੜੀ ਕਾਂਡ ਵਾਲੀ ਜਿਹੜੀ ਜਾਂਚ ਆ ਉਹ ਕਦੋਂ ਸਿਰੇ ਲੱਗਣ ਦਾ ਕੋਈ ਲੱਗਦਾ ਵੀ ਕਿੰਨੇ ਕੁ ਚਿਰ 'ਚ ਸਿਰੇ ਲੱਗਣ ਦੀ ਪੋਸੀਬਿਲਿਟੀ ਹੈ? ਦੇਖੋ ਜੀ, ਇਹਦੀ ਕੋਈ ਟਾਈਮ ਲਿਮਿਟ ਜਿਹੜੀ ਹੈ ਨਾ, ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਮੁਤਾਬਕ ਇਹਦੀ ਕੋਈ ਟਾਈਮ ਲਿਮਿਟ ਨਹੀਂ ਹੁੰਦੀ ਕਿ ਤੁਸੀਂ ਇੰਨੇ ਚਿਰ ਦੇ ਵਿੱਚ ਹੀ ਕਰਨਾ। ਹਾਂ, ਉਹ ਕਰ ਰਹੇ ਨੇ, ਹੁਣ ਕਾਫੀ ਲੱਗਦਾ ਕਿ 3 ਸਾਲ ਤੋਂ ਲੱਗੇ ਹੋਏ ਨੇ, ਆਪਦੀ ਕੋਸ਼ਿਸ਼ ਪੂਰੀ ਕਰ ਰਹੇ ਨੇ, ਪਰ ਇਹਦਾ ਕਿੰਨਾ ਸਮਾਂ ਲੱਗੇਗਾ, ਹੁਣ ਕਿੰਨਾ ਨਹੀਂ ਲੱਗੇਗਾ, ਇਹਦੇ ਬਾਰੇ ਆਪਾਂ ਜਿਹੜਾ ਵਾ ਇਹ ਜਾਂਚ ਅਧਿਕਾਰੀ ਹੀ ਦੱਸ ਸਕਦਾ ਹੈ। ਪਰ ਲੱਗ ਰਿਹਾ ਕਿ ਉਸ ਪਾਸੇ ਵੱਲ ਨੂੰ ਗੱਲ ਜਿਹੜੀ ਹੈ ਜਾ ਰਹੀ ਹੈ। ਪਰ ਮੈਂ ਜੰਮੂ ਸਾਹਿਬ ਇਹ ਜ਼ਰੂਰ ਦੱਸ ਦੇਵਾਂ ਕਿ ਜਿੰਨਾ ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਵਿੱਚ ਜੋ ਵੀ ਫੌਜਦਾਰੀ ਕੇਸਾਂ ਦੇ ਵਿੱਚ ਇੱਕ ਜਿਹੜਾ ਨਾ ਅਸੀਂ ਵਕੀਲ ਕਰਦੇ ਹਾਂ ਕਿ ਇਹਨੂੰ ਜਿੰਨਾ ਡਿਲੇ ਕਰ ਲਈਏ ਦੇਰੀ ਹੁੰਦੀ ਜਾਵੇ ਤਾਂ ਉਹ ਦੋਸ਼ੀਆਂ ਦੇ ਹੱਕ ਦੇ ਵਿੱਚ ਹੈ। ਆਲਰੇਡੀ ਇਸ ਗੱਲ ਨੂੰ ਬਹੁਤ ਦੇਰ ਹੋ ਚੁੱਕੀ ਹੈ ਔਰ ਅਜੇ ਜਿਹੜੀ ਇਹ ਜਾਂਚ ਹੈ ਨਾ, ਇਹ ਮੁੱਢਲੇ ਪੜਾਅ ਦੇ ਉੱਤੇ ਆ। ਅਜੇ ਇਹਦੇ ਵਿੱਚ ਕਿਸੇ ਵੀ ਗਵਾਹ ਦੇ ਬਿਆਨ ਨਹੀਂ ਹੋਏ, ਅਜੇ ਚਾਰਜ ਸ਼ੀਟ ਨਹੀਂ ਹੋਈ। ਈਵਨ ਜਿਹਨੂੰ ਕਹਿੰਦੇ ਆ ਨਾ ਕਿ ਜੱਜ ਸਾਹਿਬ ਜਿਹੜੇ ਆ ਉਹ ਚਾਰਜ ਲਾਉਂਦੇ ਕਿ ਹਾਂ 10 ਵੀ ਦੋਸ਼ੀ ਨੂੰ ਕਹਿੰਦੇ ਆ ਕਿ ਆ ਤੇਰੇ ਖਿਲਾਫ ਆ ਚਾਰਜ ਹੈ, ਆ ਦੋਸ਼ ਹੈ, ਤੂੰ ਇਹਦੇ ਬਾਰੇ ਕੀ ਕਹਣਾ, ਤੂੰ ਇਹਨੂੰ ਮੰਨਦਾ ਵਾ ਕਿ ਨਹੀਂ ਮੰਨਦਾ? ਫਿਰ ਦੋਸ਼ੀ ਜਿਹੜਾ ਵਾ ਉਹ ਕਹਿੰਦਾ ਨਹੀਂ, ਮੈਂ ਇਸ ਨੂੰ ਨਹੀਂ ਮੰਨਦਾ, ਮੈਂ ਜਿਹੜਾ ਵਾ ਉਹ ਟਰਾਇਲ ਚਾਹਣਾ ਵਾ, ਮੇਰੇ ਤੇ ਕੇਸ ਚੱਲੇ, ਮੈਂ ਪ੍ਰੂਵ ਕਰਾਂਗਾ ਕਿ ਮੈਂ ਜਿਹੜਾ ਵਾ ਉਹ ਇਨੋਸੈਂਟ ਆ, ਬੇਗੁਨਾਹ ਵਾ। ਅਜੇ ਤਾਂ ਬਿਲਕੁਲ ਕੰਢੇ ਤੇ ਕੰਮ ਖੜਿਆ। ਹੁਣ ਇਸ ਤੋਂ ਬਾਅਦ ਇਹ ਪਤਾ ਨਹੀਂ, ਰੱਬ ਜਾਣਦਾ ਕਿ ਕੀ ਹੋਣਾ ਕਿ ਜੇ 2 ਸਾਲ ਜਿਹੜੇ 1.5 ਸਾਲ ਜਿਹੜੇ ਕੈਪਟਨ ਦੀ ਸਰਕਾਰ ਦੇ ਰਹਿ ਗਏ ਆ, ਉਸ ਤੋਂ ਬਾਅਦ ਜੇ ਬਾਦਲ ਦੀ ਫਿਰ ਆ ਜਾਂਦੀ ਹੈ, ਇਹ ਪਤਾ ਨਹੀਂ। ਹੁਣ ਅਸੀਂ ਅੱਜ ਕੁਝ ਨਹੀਂ ਕਹਿ ਸਕਦੇ, ਇੱਕ ਪ੍ਰਜ਼ਿਊਮ ਕਰਦੇ, ਮੰਨ ਲਓ ਕਿ ਜੇ ਉਹਦੀ ਆ ਜਾਂਦੀ ਹੈ, ਇਹ ਸਾਰੀ ਦੀ ਸਾਰੀ ਜਿਹੜੀ ਹੈ ਨਾ ਜਾਂਚ ਕੀਤੀ ਹੋਈ ਜਿੰਨਾ ਕੁਝ ਹੈ ਇਹ ਸਾਰਾ ਖੂਹ 'ਚ ਜਾਊਗਾ ਔਰ ਕੁਝ ਨਹੀਂ ਹੋਣਾ। ਉਹਨਾਂ ਨੇ ਰਿਵਰਸ ਉਸੇ ਤਰ੍ਹਾਂ ਦੇ ਨਾਲ ਇੱਕ ਹੋਰ ਜਾਂਚ ਕਰਵਾ ਦੇਣੀ ਹੈ, ਜਿਵੇਂ ਜਾਂਚ ਕਮੇਟੀਆਂ ਦਾ ਹੁੰਦਾ। ਜਿਵੇਂ ਆਪਾਂ ਦੇਖਿਆ ਵਾ ਕਿ ਜਿਹੜਾ ਧਰਮਸੋਤ ਦਾ ਜਿਹੜਾ ਵਜੀਫਿਆਂ ਦਾ ਜਿਹੜੇ ਸ਼ਡਿਊਲ ਕਾਸਟ ਬੱਚਿਆਂ ਨੂੰ ਜਿਹੜੇ ਪੈਸੇ ਜਾਂਦੇ ਸੀ, ਉਹ ਪਹਿਲਾਂ ਇਨਕੁਆਰੀ ਹੋਈ ਹੈ, ਕਿਰਪਾ ਸਰੋਜ ਨੇ ਕੀਤੀ ਹੈ, ਜਿਹਨੇ ਦੱਸਿਆ ਕਿ ਹਾਂ ਇਹ ਦੋਸ਼ੀ ਆ, ਇਹਨਾਂ ਨੇ ਪੈਸੇ ਖਾਦੇ ਆ। ਹੁਣ ਕੈਪਟਨ ਸਾਹਿਬ ਨੇ ਇੱਕ ਹੋਰ ਕਮੇਟੀ ਬਣਾਤੀ ਹੈ ਕਿ ਨਹੀਂ ਜੀ ਇਹ ਵੀ ਜਾਂਚ ਕਰੋ। ਚੀਫ ਸੈਕਟਰੀ ਨੇ ਕਿਹਾ, ਮੇਰੇ ਖਿਆਲ ਉਹ ਵੀ ਆਉਣ ਵਾਲੀ ਹੋਣੀ। ਹਾਂ, ਇੱਕ ਮਤਲਬ ਜਿਹੜਾ ਤਰੀਕਾ ਇਹ ਬਣ ਗਿਆ ਨਾ ਕਿ ਇੱਕ ਤੋਂ ਇੱਕ ਬਾਅਦ ਜਾਂਚ ਕਿ ਉਹ ਡਿਲੇ ਕਰਨ ਦੇ ਲਈ, ਉਹਨੂੰ ਦੇਰੀ ਕਰਨ ਦੇ ਲਈ, ਉਹਨੂੰ ਜਿਹੜਾ ਲੋਕਾਂ ਦਾ ਜਿਹੜਾ ਧਿਆਨ ਹੈ ਉਹ ਹੋਰ ਪਾਸੇ ਕਰਨ ਦੇ ਲਈ ਇਹ ਇੱਕ ਤਰੀਕਾ ਜਿਹੜਾ ਵਾ ਚੱਲ ਪਿਆ। ਇਸ ਕਰਕੇ ਪਤਾ ਨਹੀਂ ਕਿ ਇਸ ਕੇਸ ਦੇ ਵਿੱਚ ਵੀ ਕੱਲ ਨੂੰ ਕੀ ਹੁੰਦਾ। ਦੂਜਾ ਕੇਸ ਹੈ ਜਿਹੜਾ ਮਲਤਾਨੀ ਕੇਸ ਹੈ ਜੀ, ਉਹਦੇ ਵਿੱਚ ਜਿਹੜੀ ਹਾਈ ਕੋਰਟ ਨੇ ਬੜੀ ਅਹਿਮ ਜਿਹੜੀ ਜਜਮੈਂਟ ਦਿੰਦੇ ਆ, ਜਿੱਦਣ ਸੈਣੀ ਦੀ ਪੇਸ਼ਗੀ ਜ਼ਮਾਨਤ ਰੱਦ ਕੀਤੀ ਹੈ, ਉਹਦੇ ਵਿੱਚ ਕਈ ਗੱਲਾਂ ਨਵੀਆਂ ਆਈਆਂ, ਕਈ ਨਵੇਂ ਤੱਥ ਆਏ। ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਹੁਣ ਸੈਣੀ ਜ਼ਮਾਨਤ ਲਈ ਸੁਪਰੀਮ ਕੋਰਟ ਕੱਲ ਕਹਿੰਦੇ ਪਹੁੰਚ ਗਏ।
ਜੰਮੂ ਸਾਹਿਬ ਇਸ ਤੋਂ ਪਹਿਲਾਂ ਕਿ ਮੈਂ ਸਿੱਧਾ ਇਸ ਇਸ਼ੂ ਦੇ ਉੱਤੇ ਆਵਾਂ, ਹਾਂਜੀ। ਇਹ ਹੁਣ ਪੰਜਾਬ ਪੁਲਿਸ ਜਿਹੜੀ ਆ, ਪੰਜਾਬ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਆ, ਜਿਹੜਾ ਉਹਦਾ ਫੰਕਸ਼ਨਿੰਗ ਦਾ ਤਰੀਕਾ ਹੈ, ਇਹਦੇ ਤੇ ਸਵਾਲ ਜਿਹੜੇ ਆ ਉਹ ਜ਼ਰੂਰ ਉੱਠ ਰਹੇ ਨੇ ਕਿ ਇੱਕ ਜਿਹੜਾ ਪੁਲਿਸ ਦਾ ਅਧਿਕਾਰੀ ਹੈ ਜਿਹਦੇ ਕੋਲੇ 60 ਦੇ ਕਰੀਬ ਜਿਹੜੇ ਆ ਉਹ ਸੁਰੱਖਿਆ ਛਤਰੀ ਜਿਹਨੂੰ ਅਸੀਂ ਕਹਿੰਦੇ Z ਪਲੱਸ ਸਿਕਿਉਰਿਟੀ, ਹਾਂ Z ਪਲੱਸ ਸਿਕਿਉਰਿਟੀ ਹੈ, ਔਰ ਉਹਦੇ ਘਰ ਦੇ ਆਲੇ ਦੁਆਲੇ ਸਾਰੇ ਜਿਹੜੇ ਆ ਮਤਲਬ ਉੱਥੇ ਕੋਈ ਜਿਹਨੂੰ ਕਹਿੰਦੇ ਆ ਨਾ ਵੀ ਪੱਤਾ ਵੀ ਨਹੀਂ ਹਿਲ ਸਕਦਾ, ਇਹ ਹਾਲਤ ਹੈ। ਔਰ ਉਹਨਾਂ ਹਾਲਤਾਂ ਦੇ ਵਿੱਚੋਂ ਉਹ ਪੁਲਿਸ ਅਧਿਕਾਰੀ ਜਿਹੜਾ ਵਾ ਚੁੱਪਚਾਪ ਗਾਇਬ ਹੋ ਜਾਵੇ, ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ। ਔਰ ਖਾਸ ਕਰਕੇ ਉਸ ਵੇਲੇ ਜਦੋਂ ਪੰਜਾਬ ਪੁਲਿਸ ਨੂੰ ਪਤਾ ਇਸ ਗੱਲ ਦਾ ਕਿ ਇਹਦੀ ਜ਼ਮਾਨਤ ਜਿਹੜੀ ਕੱਲ ਨੂੰ ਰਿਜੈਕਟ ਹੋ ਜਾਣੀ ਹੈ, ਤੇ ਇਸ ਕਰਕੇ ਇਹ ਜਿਹੜਾ ਦੋਸ਼ੀ ਹੈ ਇਹ ਭੱਜ ਸਕਦਾ ਵਾ, ਇਹ ਫਰਾਰ ਹੋ ਸਕਦਾ ਵਾ, ਜਾਂ ਜਿਹੜਾ ਆਪਣਾ ਬਚਾਅ ਜਿਹੜਾ ਕਰ ਸਕਦਾ, ਉਹਨਾਂ ਹਾਲਤਾਂ ਦੇ ਵਿੱਚ ਉਹ ਬੰਦਾ ਜਿਹੜਾ ਵਾ ਉਸ ਸੁਰੱਖਿਆ ਛਤਰੀ ਤੋਂ ਜਿਹਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਜਿਹੜੇ ਉੱਥੇ ਤਾਇਨਾਤ ਨੇ, ਉਹ ਨਿਕਲ ਜਾਵੇ, ਇਹ ਪੰਜਾਬ ਪੁਲਿਸ ਲਈ ਬਹੁਤ ਹੀ ਸ਼ਰਮਿੰਦਗੀ ਵਾਲਾ ਔਰ ਬਹੁਤ ਹੀ ਉਹਦੀ ਜਿਹੜੀ ਬੇਇੱਜ਼ਤੀ ਵਾਲਾ ਜਿਹੜਾ ਇੱਕ ਕਾਰਾ ਹੈ ਕਿ ਕਿਵੇਂ ਨਿਕਲ ਗਿਆ ਉੱਥੋਂ। ਐਨੀ ਹਾਊ ਜੇ ਨਿਕਲ ਵੀ ਗਿਆ ਮੰਨ ਲਓ, ਤਾਂ ਇਹ ਅਜੇ ਤੱਕ ਨਹੀਂ ਹੋਇਆ ਕਿ ਪੰਜਾਬ ਪੁਲਿਸ ਜਾਂ ਕੋਈ ਵੀ ਪੁਲਿਸ ਜਿਹੜੀ ਹੋਵੇ, ਉਹਨਾਂ ਦੇ ਸੋਰਸ ਅੱਜ ਕੱਲ੍ਹ ਇੰਨੇ ਆ, ਸਰਵੇਲੈਂਸ ਇੰਨੇ ਆ ਕਿ ਹਰ ਪਾਸੇ ਜਿਹੜਾ ਨਾ ਪਤਾ ਕਿ ਬੰਦਾ ਕਾਰ ਤੇ ਕਿੱਧਰ ਜਾ ਰਿਹਾ, ਕਿੱਧਰੋਂ ਜਾ ਰਿਹਾ, ਹਰ ਪਾਸੇ ਜਿਹੜੇ ਆ ਉਹ ਟੋਲ ਪਲਾਜ਼ੇ ਉਹਦੇ ਵਿੱਚ ਜਿਹੜੀਆਂ ਫੋਟੋਆਂ ਆ ਰਹੀਆਂ, ਵੱਧ ਤੋਂ ਵੱਧ ਦਿੱਲੀ ਗਿਆ ਹੋਏਗਾ, ਸ਼ਿਮਲੇ ਗਿਆ ਹੋਏਗਾ, ਜਾਂ ਕਿਤੇ ਹੋਰ ਗਿਆ ਹੋਏਗਾ, ਤੇ ਉਹ ਸਾਰੇ ਜਿੱਧਰ ਵੀ ਜਾਊਗਾ ਨਾ ਉਹ ਟੋਲ ਪਲਾਜ਼ੇ ਦੇ ਵਿੱਚ ਗੱਡੀ ਦੀ ਨੰਬਰ ਵੀ ਆਂਦਾ, ਨੈਚੁਰਲੀ ਆਪਦੀ ਗੱਡੀ ਜਾਂ ਕਿਸੇ ਹੋਰ ਦੀ ਗੱਡੀ ਤੇ ਗਿਆ ਉਹ ਵੀ ਆਂਦਾ, ਤੇ ਉਹਦੀ ਜਿਹੜੀ ਆ ਫੋਟੋ ਵੀ ਆਂਦੀ। ਇਹਨਾਂ ਹਾਲਤਾਂ ਦੇ ਵਿੱਚ ਉਹ ਕਿੱਥੇ ਗੁੰਮ ਹੋ ਗਿਆ, ਹੈ ਤਾਂ ਇੱਥੇ ਹੀ ਕਿਤੇ ਨਾ ਕਿਤੇ ਆਲੇ ਦੁਆਲੇ। ਇੱਕ ਬਹੁਤ ਜਿਹੜਾ ਇੱਕ ਨਕਾਰਾ ਕੰਮ ਜਿਹੜਾ ਪੰਜਾਬ ਪੁਲਿਸ ਦੇ ਪਾਰਟ ਦੇ ਉੱਤੇ ਹੈ। ਐਨੀ ਹਾਊ ਜਿਹੜਾ ਹੁਣ ਅਸੀਂ ਜਿਹੜਾ ਸਵਾਲ ਤੁਸੀਂ ਕੀਤਾ ਉਹ ਹੈ ਕਿ ਹੁਣ ਇਹਦੀ ਕੀ ਹੋਏਗਾ, ਜਾਂ ਹਾਈ ਕੋਰਟ ਨੇ ਕੀ ਕਿਹਾ। ਹਾਈ ਕੋਰਟ ਦੇ ਜੱਜ ਸਾਹਿਬ ਜਿਹੜੇ ਨੇ ਫਤਿਹਦੀਪ ਸਿੰਘ, ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ ਸ਼ਾਇਦ ਨਾ ਪਤਾ ਹੋਵੇ, ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਆ, ਅੰਮ੍ਰਿਤਸਰ ਤੋਂ ਹੀ ਉਹਨਾਂ ਨੇ ਲਾ ਕੀਤਾ ਤੇ ਬਾਰਡਰ ਦੇ ਲਾਗੇ ਉਹਨਾਂ ਦਾ ਪਿੰਡ ਹੈ, ਉੱਥੋਂ ਜਿਹੜਾ ਉਹ ਆਪਦੀ ਪ੍ਰਮੋਟ ਹੋ ਕੇ ਆਏ ਨੇ। ਬੜੀ ਸੱਚੀ ਜਿਹੜੀ ਸ਼ਖਸੀਅਤ ਉਹਨਾਂ ਜੱਜ ਸਾਹਿਬ ਦੀ ਹੈ, ਔਰ ਉਹਨਾਂ ਨੇ ਜਦੋਂ ਇਹ ਰੱਦ ਕੀਤੀ ਹੈ ਤੇ ਬੜਾ ਵੱਡਾ ਡਿਟੇਲਡ ਆਰਡਰ ਜਿਹੜਾ ਵਾ ਉਹਨਾਂ ਨੇ ਜੱਜ ਸਾਹਿਬ ਨੇ ਪਾਸ ਕੀਤਾ, ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਅਧਿਕਾਰੀ ਨੇ, ਪੁਲਿਸ ਅਧਿਕਾਰੀ ਨੇ ਜਿੰਨਾ ਟੌਰਚਰ ਕਰਕੇ, ਜਿੰਨੇ ਤਸੀਹੇ ਦੇ ਕੇ ਜਿਹੜੇ ਉਹਦੇ ਤੇ ਐਲੀਗੇਸ਼ਨ ਹੈ, ਉਸ ਦੇ ਨਾਲ ਜਿਹੜੀ ਹੈ ਇਹ ਮੁਲਤਾਨੀ ਦੀ ਹੱਤਿਆ ਕੀਤੀ ਹੈ। ਇਹ ਮਤਲਬ ਜਿਹੜੀ ਇੱਕ ਇਨਹਿਊਮਨ, ਅਨਮਨੁੱਖੀ ਗੱਲ ਜਿਹੜੀ ਹੈ ਉਸ ਤੋਂ ਵੀ ਅੱਗੇ ਹੈ। ਇਹੋ ਜਿਹਾ ਜਿਹੜਾ ਵਾ ਕੋਈ ਮਤਲਬ ਵਿਚਾਰਿਆ ਵੀ ਨਹੀਂ ਜਾ ਸਕਦਾ, ਬੰਦਾ ਸੋਚ ਵੀ ਨਹੀਂ ਸਕਦਾ ਇਹ ਐਕਸ਼ਨ ਜਿਹੜੇ ਉਹਨੇ ਕੀਤੇ ਨੇ। ਇਸ ਕਰਕੇ ਉਹ ਬੜੀ ਵੱਡੀ ਡਿਟੇਲਡ ਜੱਜਮੈਂਟ ਦੇ ਵਿੱਚ ਉਹਨਾਂ ਨੇ ਫੈਸਲਾ ਜਿਹੜਾ ਸੁਣਾਇਆ ਜੱਜ ਸਾਹਿਬ ਨੇ, ਉਹਦੇ ਵਿੱਚ ਉਹਨਾਂ ਨੇ ਆਪਦਾ ਲਿਖਿਆ, ਰੱਦ ਕੀਤੀ ਹੈ ਇਹਦੀ ਜ਼ਮਾਨਤ। ਔਰ ਮੈਂ ਨਾਲ ਇਹ ਕਹਿ ਦੇਵਾਂ ਕਿ ਇਸ ਤੋਂ ਪਹਿਲਾਂ ਵੀ ਜਿਹੜੀ ਜ਼ਮਾਨਤ ਹੈ ਉਹਨਾਂ ਦੀ ਥੱਲਿਓ ਮੋਹਾਲੀ ਦੇ ਵਿੱਚੋਂ ਜਿਹੜਾ ਡਿਸਟ੍ਰਿਕਟ ਜੱਜ ਹੈ, ਸੈਸ਼ਨ ਜੱਜ ਜਿਹੜੇ ਆ ਉਹਨਾਂ ਨੇ ਕੀਤੀ ਹੈ। ਹੁਣ ਅੱਜ ਦੀ ਖਬਰ ਇਹ ਹੈ ਕਿ ਜਿਹੜੇ ਸੈਣੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਅਪਰੋਚ ਕਰ ਰਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਕਹੇਗਾ। ਹੁਣ ਸੁਪਰੀਮ ਕੋਰਟ ਦੇ ਵਿੱਚ ਕੀ ਹੁੰਦਾ ਹੈ ਕੀ ਨਹੀਂ ਹੁੰਦਾ, ਇਹ ਤਾਂ ਆਪਾਂ ਜਿਹੜਾ ਵਾ ਸਮੇਂ ਤੋਂ ਪਹਿਲਾਂ ਦੀ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜਿਵੇਂ Z ਪਲੱਸ ਸਿਕਿਉਰਿਟੀ ਚੋਂ ਨਿਕਲ ਗਿਆ, ਉਵੇਂ ਤਾਂ ਉਹ ਵਕਾਲਤਨਾਮੇ ਤੇ ਵੀ ਤਾਂ ਦਸਤਖਤ ਹੋਏ ਹੋਣੇ। ਉਹ ਬਿਲਕੁਲ ਹੋਏ। ਪੰਜਾਬ ਦੀ ਜਿਹੜੀ ਇੰਟੈਲੀਜੈਂਸ ਆ ਉਹ ਤਾਂ ਫੇਲੀਅਰ ਨਹੀਂ ਕਿ ਮਤਲਬ ਉਹ ਵਾਰ-ਵਾਰ ਮਤਲਬ ਪਹਿਲਾਂ ਇੱਥੋਂ ਭੱਜਿਆ, ਫਿਰ ਉਹ ਵਕਾਲਤਨਾਮੇ ਤੇ ਦਸਤਖਤ, ਇਹ ਬਿਲਕੁਲ ਫੜਨਾ ਨਹੀਂ ਚਾਹੁੰਦੇ ਜਾਂ ਕੀ ਕਰਨਾ ਚਾਹੁੰਦੇ? ਜਿਵੇਂ ਸਾਹਿਬ ਮੈਂ ਦੱਸ ਦਵਾਂ, ਕੋਈ ਵੀ ਕਿਸੇ ਵੀ ਦੋਸ਼ੀ ਦਾ, ਕਿਸੇ ਵੀ ਵਿਅਕਤੀ ਦਾ ਕਿਸੇ ਵੀ ਕੋਰਟ ਦੇ ਵਿੱਚ ਕੇਸ ਉਨਾ ਚਿਰ ਤੱਕ ਨਹੀਂ ਪੈਂਦਾ ਜਿੰਨਾ ਚਿਰ ਤੱਕ ਉਹ ਆਪਣਾ ਵਕਾਲਤਨਾਮਾ ਸਾਈਨ ਕਰਕੇ ਨਾ ਦੇਵੇ, ਜਿੰਨਾ ਚਿਰ ਤੱਕ ਜਿਹੜਾ ਵਾ ਉਹਦਾ ਐਫੀਡੇਵਿਟ, ਹਲਫੀਆ ਬਿਆਨ ਜਿਹੜਾ ਵਾ ਉਹ ਸਾਈਨ, ਕੱਲਾ ਸਾਈਨ ਨਹੀਂ, ਉਹ ਟੈਸਟ ਵੀ ਹੁੰਦਾ। ਮਤਲਬ ਇੱਕ ਤਾਂ ਹੈ ਨਾ ਕਿ ਅਸੀਂ ਕਾਗਜ਼ ਸਾਡੇ ਕੋਲ ਵਕੀਲ ਸਾਹਿਬ ਨੇ ਦਿੱਤੇ ਤੇ ਅਸੀਂ ਆਪਦੀਆਂ ਘੁੱਗੀਆਂ ਮਾਰਤੀਆਂ, ਸਾਈਨ ਕਰ ਦਿੱਤੇ। ਉਸ ਤੋਂ ਬਾਅਦ ਜਿਹੜਾ ਉਹ ਹਲਫੀਆ ਬਿਆਨ ਹੈ ਉਹ ਵਕੀਲ ਸਾਹਿਬ ਜਿਹੜੇ ਨੋਟਰੀ ਪਬਲਿਕ ਹੈ ਜਾਂ ਓਥ ਕਮਿਸ਼ਨਰ ਹੈ ਉਹਨਾਂ ਕੋਲ ਜਾ ਕੇ ਟੈਸਟ ਹੁੰਦਾ। ਇਸ ਕਰਕੇ ਲੰਮਾ ਪ੍ਰੋਸੀਜਰ ਹੈ। ਉਹਦਾ ਸਾਈਨ ਵੀ ਕੀਤੇ ਗਏ, ਆਪਣੇ ਵਕੀਲ ਸਾਹਿਬ ਨੂੰ ਵੀ ਮਿਲਿਆ, ਫੋਨ ਤੇ ਮਿਲਿਆ ਜਾਂ ਫਿਜ਼ੀਕਲੀ ਜਾ ਕੇ ਮਿਲਿਆ, ਅਦਰਵਾਈਜ਼ ਗੱਲ ਹੈ। ਉਹਨਾਂ ਨੇ ਸਾਈਨ ਕਰਨ ਤੋਂ ਬਾਅਦ ਉਹਨਾਂ ਦਾ ਐਫੀਡੇਵਿਟ ਵੀ ਟੈਸਟ ਹੋਇਆ। ਇਹ ਸਿਰਫ ਸੁਪਰੀਮ ਕੋਰਟ ਕਿਉਂਕਿ ਅਸੀਂ ਕਹਿ ਦਈਏ ਹਾਈ ਕੋਰਟ ਦੇ ਵਿੱਚ ਵੀ ਤਾਂ ਹੋਇਆ, ਹਾਂਜੀ ਹਾਂਜੀ, ਹਾਈ ਕੋਰਟ ਵਿੱਚ ਤਾਂ ਹੋਇਆ ਜਦੋਂ ਇਸ ਤੋਂ ਬਾਅਦ। ਇਸ ਕਰਕੇ ਮੈਂ ਇਹ ਜਿਹੜਾ ਨਾ ਮੰਨਣ ਤੋਂ ਅਸਮਰੱਥ ਹਾਂ
ਕਿ ਕਿਤੇ ਵੀ ਇਹ ਪੋਸੀਬਲ ਹੋਵੇ ਕਿ ਇਹ ਜਿਹੜਾ ਵਾ ਪੁਲਿਸ ਜਾਣਦੀ ਨਹੀਂ ਹੈ ਕਿ ਉਹ ਕਿੱਥੇ ਬੈਠਾ। ਤੁਸੀਂ ਜੰਮੂ ਸਾਹਿਬ ਆ ਦੇਖ ਲਓ, ਮੋਗੇ ਜਿਹੜਾ ਉਹ ਝੰਡਾ ਚਲਾਉਣ ਵਾਲਾ ਜਿਹੜਾ ਜੇ 5-7 ਦਿਨ ਪਹਿਲਾਂ ਕਾਂਡ ਹੋਇਆ, ਉਹਨਾਂ ਨੇ ਉਸੇ ਵੇਲੇ ਦਿੱਲੀ ਤੋਂ ਉਹ ਮੁੰਡੇ ਜਿਹੜੇ ਸੀ ਦਿੱਲੀ ਤੋਂ ਜਾ ਕੇ ਪੁਲਿਸ ਦੇ ਰਹੀ ਚੱਕ ਕੇ, ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਕੋਈ ਵੀ ਸੀ ਕਿ ਇਹ ਬੰਦੇ ਨੇ ਸ਼ਰਨ ਦਿੱਤੀ ਹੈ ਰਾਹ ਦੇ ਵਿੱਚ ਪਾਣੀਪਤ ਕਰਨਾਲ ਦੇ ਲਾਗੇ ਕੋਈ ਸੀ ਕਿ ਉਹਨੂੰ ਵੀ ਉਹਦੇ ਨੂੰ ਇੱਕ ਸ਼ਰਨ ਦੇ ਕੇ ਇਹਨੇ ਜਿਹੜੇ ਦੋਸ਼ੀਆਂ ਨੂੰ ਜਿਹੜਾ ਵਾ ਉਹ ਪਨਾਹ ਦਿੱਤੀ ਹੈ ਤੇ ਉਸ ਤੇ ਵੀ ਉਹਨੂੰ ਵੀ ਚੱਕ ਕੇ ਉਹਦੇ ਉੱਤੇ ਵੀ ਕੇਸ ਜਿਹੜਾ ਵਾ ਉਹ ਬਣਾ ਦਿੱਤਾ। ਹੁਣ ਸਵਾਲ ਇਹ ਹੈ ਕਿ ਕੀ ਸੈਣੀ ਜਿਹੜਾ ਵਾ ਉਹ ਇਹ ਤਾਂ ਨਹੀਂ ਹੈ ਕਿ 5 ਸਟਾਰ ਹੋਟਲ ਦੇ ਵਿੱਚ ਹੈ, ਕਿਸੇ ਨਾ ਕਿਸੇ ਨੇ ਉਹਨੂੰ ਸ਼ਰਨ ਦਿੱਤੀ ਹੈ। ਕੀ ਇਸ ਤੋਂ ਬਾਅਦ ਜੇ ਅਰੈਸਟ ਹੁੰਦਾ ਜਾਂ ਅਰੈਸਟ ਨਹੀਂ ਵੀ ਹੁੰਦਾ, ਮੰਨ ਲਓ ਜ਼ਮਾਨਤ ਵੀ ਮਿਲ ਜਾਂਦੀ ਹੈ, ਕੀ ਸ਼ਰਨ ਦੇਣ ਦੀ ਪਨਾਹ ਦੇਣ ਦੇ ਦੋਸ਼ ਦੇ ਵਿੱਚ ਜਿੱਥੇ ਅੱਜ ਤੱਕ ਉਹ ਰਹਿ ਰਿਹਾ, ਕੀ ਉਹਨਾਂ ਨੂੰ ਪੰਜਾਬ ਪੁਲਿਸ ਹੱਥ ਲਾਊਗੀ? ਮੈਂ ਇਹ ਮੰਨਣ ਦੇ ਵਿੱਚ ਨਹੀਂ ਹੈ ਇਸ ਗੱਲ ਦੇ ਵਿੱਚ ਕਿ ਇਹ ਪੋਸੀਬਲ ਹੈ ਕਿ ਪੰਜਾਬ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਜਾਂ ਉਹਨਾਂ ਦੀ ਜਾਣਕਾਰੀ ਤੋਂ ਬਿਨਾਂ ਜਿਹੜਾ ਵਾ ਇੱਕ ਬੰਦਾ ਇੰਨਾ ਚਿਰ ਤੱਕ ਰਹਿ ਸਕਦਾ ਵਾ। ਜੇ ਪੁਲਿਸ ਚਾਹਵੇ, ਜੇ ਉਹਦੇ ਵਿੱਚ ਵਿਲ ਹੋਵੇ, ਜੇ ਉਹ ਕੱਢਣਾ ਚਾਹਣ ਤਾਂ ਉਹ ਦਿਨਾਂ ਦਾ ਕੰਮ ਹੈ। ਕਿਉਂ ਨਹੀਂ ਉਹ ਬਾਕੀ ਜੇ ਇੱਕ ਮਾੜਾ ਜਿਹਾ ਕੋਈ ਵਿਚਾਰਾ ਕਿਤੇ ਕੋਈ 26 ਦਾ ਕੇਸ ਬਣ ਜਾਵੇ ਜਾਂ ਕੋਈ ਛੋਟਾ ਮੋਟਾ ਪਿੰਡ ਦੇ ਵਿੱਚ ਸ਼ਰਾਬ ਜਾਂ ਥੋੜੀ ਬਹੁਤੀ ਫੀਮ ਫੜੀ ਜਾਵੇ, ਕੁਛ ਹੋਵੇ, ਉਹ ਤਾਂ ਜੇ ਬੰਦਾ ਭਗੌੜਾ ਹੋਵੇ ਤਾਂ ਉਹਦੇ ਸਾਰੇ ਪਰਿਵਾਰ ਨੂੰ, ਟੋਟਲ ਰਿਸ਼ਤੇਦਾਰਾਂ ਨੂੰ, ਜਿੱਥੇ ਜਿੱਥੇ ਭੈਣਾਂ ਵਿਆਹੀਆਂ ਗਾਂ ਅੱਗੇ ਉਹਨਾਂ ਦੇ ਜੀਜੇ ਅੱਗੇ ਸਾਰਿਆਂ ਨੂੰ ਚੱਕ ਕੇ ਤੇ ਉੱਥੇ ਪੁਲਿਸ ਦੇ ਵਿੱਚ ਬਿਠਾ ਦਿੰਦੇ। ਅੱਜ ਤੱਕ ਕੀ ਕੀਤਾ ਇਹਨਾਂ ਨੇ? ਕਿਸੇ ਪਰਿਵਾਰ ਨੂੰ, ਕਿਸੇ ਮੈਂਬਰ ਨੂੰ ਕੋਈ ਪੁੱਛਗਿੱਛ ਲਈ ਵੀ ਬੁਲਾਇਆ? ਬਿਲਕੁਲ ਨਹੀਂ ਬੁਲਾਇਆ। ਔਰ ਉਹ ਜਿਹੜੇ ਅਧਿਕਾਰੀ ਉੱਥੇ ਤਾਇਨਾਤ ਹੈ, ਕਿਸੇ ਨੂੰ ਪੁੱਛਿਆ ਵੀ ਦੱਸੋ ਵੀ ਤੁਸੀਂ ਕਿੱਥੇ ਸੀ ਉਸ ਵੇਲੇ ਜਦੋਂ ਇਹ ਬੰਦਾ ਜਿਹੜਾ ਤੁਹਾਡੀ ਕਸਟਡੀ ਦੇ ਵਿੱਚ, ਕਸਟਡੀ ਇਨ ਦੀ ਸੈਂਸ ਕਿ ਉਹਨਾਂ ਦੀ ਸੁਰੱਖਿਆ ਦੇ ਵਿੱਚ ਬੰਦਾ ਵਾ, ਕਿਉਂਕਿ ਜੇ ਕੱਲ ਨੂੰ ਉਹਦੇ ਤੇ ਕੋਈ ਵੀ ਸੈਣੀ ਤੇ ਕੋਈ ਗੱਲ ਹੋ ਜਾਂਦੀ ਆ ਤਾਂ ਸਭ ਤੋਂ ਪਹਿਲਾਂ ਜਿਹੜਾ ਉੱਥੇ ਬੰਦਾ ਹੋਊਗਾ ਉਹਦਾ ਜਿਹੜਾ ਸੁਰੱਖਿਆ ਦਾ ਇੰਚਾਰਜ ਹੈ ਜਾਂ ਜਿਹੜੇ ਉਸ ਦੇ ਡਿਊਟੀ ਤੇ ਆ ਉਹਨਾਂ ਦੇ ਉੱਤੇ ਐਕਸ਼ਨ ਆਊਗਾ ਵੀ ਕੀ ਕਿਸੇ ਨੂੰ ਤੁਸੀਂ ਜਿਹੜਾ ਵਾ ਉਹ ਜਾਂਚ ਲਈ ਸੱਦਿਆ, ਕੀ ਐਕਸ਼ਨ ਲਿਆ ਉਹਨਾਂ ਦੇ ਉੱਤੇ ਵੀ ਇਹ ਬੰਦਾ ਕਿੱਥੇ ਚਲਾ ਗਿਆ। ਤੁਹਾਡੀ ਜਿਹੜੀ ਸੁਰੱਖਿਆ ਦੇ ਵਿੱਚ ਬੰਦਾ, ਤੁਹਾਡੀ ਜ਼ਿੰਮੇਵਾਰੀ ਹੈ ਕਿ ਇਹਨਾਂ ਨੂੰ ਸੁਰੱਖਿਆ ਪ੍ਰੋਵਾਈਡ ਕਰਨੀ ਹੈ, ਇਹ ਬੰਦਾ ਕਿੱਥੇ ਚਲਾ ਗਿਆ। ਹੁਣ ਇਹ ਸਾਰਾ ਜਿਹੜਾ ਇਸ਼ੂ ਹੈ ਨਾ ਜੰਮੂ ਸਾਹਿਬ, ਇਹ ਬੜਾ ਪਜ਼ਲਿੰਗ ਹੈ। ਮੈਨੂੰ ਨਹੀਂ ਲੱਗਦਾ ਹੈ, ਮੈਂ ਅਜੇ ਵੀ ਕਨਵਿੰਸਡ ਹਾਂ ਕਿ ਪੰਜਾਬ ਪੁਲਿਸ ਨੂੰ ਜ਼ਰੂਰ ਕਿਤੇ ਨਾ ਕਿਤੇ ਜਿਹੜਾ ਵਾ ਉਹ ਪਤਾ ਕਿ ਉਹ ਕਿੱਥੇ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਭ ਤੋਂ ਵੱਡਾ ਆਫੀਸਰ ਜਿਹੜਾ DGP ਹੈ ਉਹ ਪੰਜਾਬ ਦਾ ਲੰਮਾ ਸਮਾਂ ਰਿਹਾ, ਹੋਰ ਬਾਕੀ ਅਹੁਦਿਆਂ ਤੇ ਵੀ ਰਿਹਾ, ਔਰ ਜਿਹੜੇ ਇਹਦੇ ਵਿੱਚ ਜਾਂਚ ਅਧਿਕਾਰੀ ਜਾਂ ਹੋਰ ਜਿਹੜੇ ਲੋਕ ਵੀ ਨੇ ਉਹ ਕਿਤੇ ਨਾ ਕਿਤੇ ਉਹਨਾਂ ਦਾ ਲਿੰਕ ਇਹ ਸੈਣੀ ਦੇ ਨਾਲ ਰਿਹਾ ਤੇ ਇੱਕ ਸੌਫਟ ਕਾਰਨਰ ਅਜੇ ਵੀ ਉਹਦੇ ਪ੍ਰਤੀ ਹੈ ਕਿ ਚਲੋ ਯਾਰ ਇਹਨੂੰ ਜ਼ਮਾਨਤ ਸੁਪਰੀਮ ਕੋਰਟ ਤੋਂ, ਹਾਈ ਕੋਰਟ ਤੋਂ ਨਹੀਂ ਮਿਲੀ, ਸੁਪਰੀਮ ਕੋਰਟ ਤੋਂ ਮਿਲ ਜੂਗਾ, ਅਸੀਂ ਕਾਹਨੂੰ ਪੰਗਾ ਲੈ। ਭੱਟ ਸਾਹਿਬ, ਇੱਥੇ ਸਾਡੇ ਨਾਲ ਫੇਸਬੁੱਕ ਤੇ ਇੱਕ ਸਾਡੇ ਦੋਸਤ ਜੁੜੇ ਆ, ਉਹਨਾਂ ਕਿਹਾ ਵੀ ਜੇ ਬਰਾੜ ਸਾਹਿਬ ਨੇ, ਉਹਨਾਂ ਕਿਹਾ ਸਰ ਜੇਕਰ ਕੋਈ ਆਮ ਇਨਸਾਨ ਹੁੰਦਾ ਤਾਂ ਪੁਲਿਸ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਫੜ ਕੇ ਅੰਦਰ ਠੋਕ ਦੇਣਾ ਸੀ। ਆਹੀ ਮੈਂ ਗੱਲ ਕੀਤੀ ਹੈ, ਆਹੀ ਮੈਂ ਹੁਣੇ ਅੱਧਾ ਸਕਿੰਟ ਪਹਿਲਾਂ ਹੀ ਇਹੀ ਗੱਲ ਕਰਕੇ ਹਟਿਆ ਕਿ ਮੈਂ ਹਮੇਸ਼ਾ ਕਹਿੰਦਾ ਜੰਮੂ ਸਾਹਿਬ, ਸਾਡੇ ਹਿੰਦੁਸਤਾਨ ਦੇ ਵਿੱਚ ਜਿਹੜੇ ਆ 2 ਕਾਨੂੰਨ ਹੈ। ਕਾਨੂੰਨ ਸੰਵਿਧਾਨ ਇੱਕ ਹੀ ਹੈ, IPC ਇੰਡੀਅਨ ਪੈਨਲ ਕੋਡ ਤਾਜਰਾ ਤੇ ਹਿੰਦ ਜਿਹਨੂੰ ਅਸੀਂ ਕਹਿੰਦੇ ਆ ਉਹ ਵੀ ਇੱਕ ਹੈ, ਕ੍ਰਿਮੀਨਲ ਪ੍ਰੋਸੀਜਰ ਕੋਡ ਵੀ ਇੱਕ ਹੈ, ਪਰ ਜਿਹੜੇ ਉਹਦੇ ਪੈਮਾਨੇ ਆ ਉਹ 2 ਨੇ। ਇੱਕ ਉਹ ਹੈ ਜਿਹੜੀ ਪ੍ਰਿਵਿਲੇਜਡ ਕਲਾਸ ਹੈ, ਜਿਹੜੀ ਬਹੁਤ ਪ੍ਰਭਾਵਸ਼ਾਲੀ ਅਮੀਰ, ਤੇ ਇੱਕ ਉਹ ਕਲਾਸ ਹੈ। ਇੱਕ ਕਲਾਸ ਹੈ ਸਾਡਾ ਵਿਚਾਰਾ ਕਾਮਨ ਪਰਸਨ ਜਿਹਨੂੰ ਅਸੀਂ ਕਹਿ ਲਈਏ ਆਮ ਆਦਮੀ, ਸਧਾਰਨ ਬੰਦਾ ਜਿਹੜਾ। ਹੁਣ ਇਹਦੇ ਵਿੱਚ ਜਿਹੜਾ ਸਵਾਲ ਬਰਾੜ ਸਾਹਿਬ ਨੇ ਪੁੱਛਿਆ, ਮੈਂ ਉਸੇ ਤੇ ਕਹਿ ਕੇ ਹਟਿਆ, ਮੈਂ ਦੁਬਾਰਾ ਉਸ ਨੂੰ ਕਹਿਣਾ ਕਿ ਜੇ ਇੱਕ ਆਮ ਆਦਮੀ ਹੁੰਦਾ, ਜਿਵੇਂ ਆ ਮੋਗੇ ਵਾਲੇ ਜਿਹੜਾ ਕਾਂਡ ਹੋਇਆ ਜਿੱਥੇ ਉਹ ਝੰਡਾ ਚਲਾਉਣ ਵਾਲੇ ਸੀ, ਉਹ ਮੁੰਡੇ ਭੱਜ ਕੇ ਕਿੱਥੇ ਜਾਂਦੇ ਦਿੱਲੀ ਆਪਦਾ ਬਚ ਬਚਾ ਕਰ, ਪਰ ਦਿੱਲੀ ਤੋਂ ਫੜੇ ਗਏ ਔਰ ਉਹਨਾਂ ਦੇ ਪਰਿਵਾਰ ਵੀ ਚੱਕ ਲਏ, ਉੱਥੇ ਜਿੱਥੇ ਰਿਹਾ ਸਾਰੇ ਚੱਕ ਲਏ ਔਰ 8-10 ਬੰਦਿਆਂ ਦੇ ਉੱਤੇ ਜਿਹੜਾ ਵਾ ਉਹ ਕੇਸ ਪਿਆ। ਪਰ ਕਿਉਂਕਿ ਇਹ ਸੈਣੀ ਜਿਹੜਾ ਵਾ ਬੜੇ ਉੱਚੇ ਅਹੁਦਿਆਂ ਤੇ ਰਿਹਾ, ਇਹਦੇ ਸਿਆਸੀ ਆਗੂਆਂ ਦੇ ਨਾਲ ਵੀ ਜਿਹੜੇ ਆ ਉਹ ਨੇੜੇ ਦੇ ਸੰਬੰਧ ਹੈ। ਕੀ ਸ਼ੱਕ ਹੈ ਕਿਸੇ ਨੂੰ ਗੱਲ ਨੂੰ ਜੰਮੂ ਸਾਹਿਬ, ਇਹ ਕੋਈ ਹੈ ਸਧਾਰਨ ਗੱਲ ਹੈ। ਮੈਂ ਬਰਾੜ ਸਾਹਿਬ ਦੀ ਗੱਲ ਨੂੰ ਜਿਹੜੀ ਪ੍ਰੋੜਤਾ ਇਸ ਗੱਲ ਦੇ ਨਾਲ ਕਰਨਾ ਚਾਹੁੰਦਾ ਹੈ ਕਿ ਇਹੋ ਜਿਹਾ ਬੰਦਾ, ਇਹੋ ਜਿਹਾ ਆਫੀਸਰ ਜਿਹਨੂੰ DGP ਬਣਾ ਦਿੱਤਾ ਹੋਵੇ, ਜੇ ਇੱਕ ਆਮ ਆਦਮੀ ਜਿਹੜਾ ਇੱਕ ਡੀਲਿੰਗ ਕਲਰਕ ਹੈ ਨਾ, ਜੇ ਉਹਦੀ ਪ੍ਰਮੋਸ਼ਨ ਕਰਨੀ ਹੋਵੇ ਤੇ ਉਹਦੇ ਵਿੱਚ ਨਾ ਸਾਰਾ ਉਹਦਾ ਸਰਵਿਸ ਰਿਕਾਰਡ ਜਿਹੜਾ ਵਾ ਉਹ ਖੰਗਾਲਿਆ ਜਾਂਦਾ ਔਰ ਸਰਵਿਸ ਰਿਕਾਰਡ ਤੋਂ ਬਾਅਦ ਲਿਖਿਆ ਜਾਂਦਾ ਕਿ ਇਹਦੇ ਖਿਲਾਫ ਕੋਈ ਕ੍ਰਿਮੀਨਲ ਕੇਸ, ਕੋਈ ਅਨੁਸ਼ਾਸਨੀ ਕਾਰਵਾਈ, ਕਿਸੇ ਤਰ੍ਹਾਂ ਦੀ ਕੋਈ ਇਨਕੁਆਰੀ ਪੈਂਡਿੰਗ ਤਾਂ ਨਹੀਂ ਹੈ। ਉਹ ਸਾਰੀ ਕਲੀਅਰੈਂਸ ਲੈਣ ਤੋਂ ਬਾਅਦ ਇੱਕ ਜਿਹੜਾ ਆਮ ਕਲਰਕ ਵੀ ਹੈ ਨਾ ਜਾਂ ਕੋਈ ਛੋਟਾ ਮੁਲਾਜ਼ਮ ਵੀ ਆ, ਉਸ ਦੀ ਨੈਕਸਟ ਜਿਹੜੀ ਪ੍ਰਮੋਸ਼ਨ ਹੁੰਦੀ ਹੈ। ਤੇ ਇਹ ਸੈਣੀ ਸਾਹਿਬ ਨੂੰ ਜਿਹੜੇ ਸੀਨੀਅਰਟੀ 5 ਆਫੀਸਰ ਦੀ
ਸੀਨੀਅਰਟੀ ਉਲੰਘ ਕੇ ਇਹਨਾਂ ਨੂੰ ਜਿਹੜਾ ਵਾ ਉਹ ਡੀਜੀਪੀ ਉਸ ਵੇਲੇ ਬਣਾਇਆ ਗਿਆ। ਉਸ ਵੇਲੇ ਜਦੋਂ 3 ਬੰਦੇ ਜਿਹੜੇ ਇਹਦੇ ਕਲੋਜ਼ ਰਿਸ਼ਤੇਦਾਰ ਤੇ ਇੱਕ ਉਹਨਾਂ ਦਾ ਡਰਾਈਵਰ ਸੀ, ਉਹ ਉਹਨਾਂ ਦਾ ਕੇਸ ਜਿਹੜਾ ਵਾ ਡਿਸਅਪੀਅਰੈਂਸ ਦਾ, ਕਿ ਪਤਾ ਨਹੀਂ ਕਿੱਥੇ ਚਲੇ ਗਏ, ਜਿਵੇਂ ਬਹੁਤ ਸਾਰੇ ਲੋਕ ਜਿਹੜੇ ਡਿਸਅਪੀਅਰ ਉਸ ਸਮੇਂ ਦੇ ਵਿੱਚ ਹੋਏ, ਇਹਦੇ ਕਲੋਜ਼ ਰਿਸ਼ਤੇਦਾਰ ਸੀ। ਔਰ ਮੈਂ ਇਹ ਵੀ ਦੱਸ ਦਵਾਂ, 2 ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੂੰ ਚੱਕਿਆ ਗਿਆ ਹਾਈ ਕੋਰਟ ਦੇ ਵਿੱਚੋਂ, ਹਾਈ ਕੋਰਟ ਦੇ ਕੰਪਲੈਕਸ ਦੇ ਵਿੱਚੋਂ ਉਹ 2 ਰਿਸ਼ਤੇਦਾਰ ਜਿਹੜੇ ਇਹਦੇ ਚੱਕੇ ਗਏ ਔਰ ਅਜੇ ਤੱਕ ਨਹੀਂ ਲੱਭੇ। ਇੱਕ ਉਹਨਾਂ ਦਾ ਡਰਾਈਵਰ ਸੀ, ਉਹ ਲੁਧਿਆਣੇ ਤੋਂ ਚੱਕਿਆ ਗਿਆ ਔਰ ਉਹਨਾਂ ਦਾ ਜਿਹੜਾ ਇੱਕ ਗਵਾਹ, ਜਿਹੜਾ ਮੇਨ ਗਵਾਹ ਜਿਹੜਾ ਸੀ, ਜਿਹੜੇ ਬੰਦੇ ਡਿਸਅਪੀਅਰ ਹੋਏ, ਉਹ ਸੀ ਇੱਕ ਜਸਟਿਸ ਰਾਜੀਵ ਭੱਲਾ, ਜਿਹੜੇ ਰਿਟਾਇਰਡ ਇਸ ਵੇਲੇ ਹਾਈ ਕੋਰਟ ਦੇ ਜੱਜ ਨੇ। ਉਹ ਉਹਨਾਂ ਦਾ ਵਕੀਲ ਸੀ ਉਸ ਵੇਲੇ, ਕਿਉਂਕਿ ਉਸ ਵੇਲੇ ਵਕੀਲ ਸੀ, ਜੱਜ ਨਹੀਂ ਸੀ ਬਣੇ। ਉਹਨਾਂ ਦਾ ਬਿਆਨ ਵੀ ਜਿਹੜੀ ਕੇਸ ਚੱਲ ਰਿਹਾ ਵਾ ਉਹਦੇ ਵਿੱਚ ਦਰਜ ਹੋਇਆ। ਮੇਰਾ ਕਹਿਣ ਦਾ ਮਤਲਬ ਕਿ ਐਡਾ ਸੀਰੀਅਸ ਕੇਸ ਹੋਣ ਦੇ ਬਾਵਜੂਦ ਕਿ 3 ਬੰਦੇ ਜਿਹੜੇ ਪਿਛਲੇ 25 ਸਾਲ ਤੋਂ ਟਰੇਸ ਨਹੀਂ ਹੋਏ, ਪਤਾ ਨਹੀਂ ਉਹਨਾਂ ਦਾ ਕਿੱਥੇ ਗਏ ਨੇ ਕਿੱਥੇ ਨਹੀਂ ਗਏ, ਉਹ ਕੇਸ CBI ਦੀ ਇਨਕੁਆਇਰੀ ਕਰਕੇ ਚੱਲ ਰਿਹਾ ਦਿੱਲੀ ਦੇ ਵਿੱਚ। ਉਹਦੇ ਬਾਵਜੂਦ ਵੀ ਉਹਨੂੰ ਜਿਹੜਾ ਵਾ 5 ਸੀਨੀਅਰਟੀ ਉਹ ਲੰਘ ਕੇ, ਜਿਹੜੇ 5 ਬੰਦੇ ਹੋਰ ਸੀਨੀਅਰ ਸੀ, ਇਹ ਸਾਡੇ ਬਾਦਲ ਸਾਹਿਬ ਪੰਥ ਦੇ ਹਤੈਸ਼ੀ, ਤੇ ਇਸ ਤੋਂ ਵੱਧ ਤਾਂ ਕੁਝ ਕਿਹਾ ਨਹੀਂ ਜਾ ਸਕਦਾ। ਉਹਨਾਂ ਨੇ ਜਿਹੜੇ ਹਮੇਸ਼ਾ ਜਿਹੜਾ ਕਹਿੰਦੇ ਕਿ ਅਸੀਂ ਸਿੱਖ ਪੰਥ ਤੇ ਮਨੁੱਖੀ ਅਧਿਕਾਰਾਂ ਦਾ ਤੇ ਅਸੀਂ ਜਿਹੜੇ ਡੈਮੋਕ੍ਰੇਸੀ ਦੇ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਖੜਦਾ ਰਿਹਾ, ਕੋਈ ਸ਼ੱਕ ਨਹੀਂ ਕਿ ਇਤਿਹਾਸ ਇਹਦਾ ਇੱਕ ਰਿਹਾ। ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਵੀ ਇਹਦਾ ਜਿਹੜਾ ਰੋਲ ਰਿਹਾ, ਹਟਾਉਣਾ ਵੀ ਤਾਂ ਪਿਆ ਸੀਗਾ। ਉਹ ਤਾਂ ਜਿਹੜਾ ਇੱਕ ਬਹੁਤ ਲਾਸਟ ਤੇ ਆ ਕੇ ਕੀਤਾ। ਪਰ ਸਵਾਲ ਤਾਂ ਪ੍ਰਮੋਸ਼ਨ ਦਾ ਹੈ ਕਿ ਜਿਸ ਵੇਲੇ ਬਹੁਤ ਰੌਲਾ ਪੈ ਗਿਆ, ਗੱਲਾਂ ਹੋ ਗਈਆਂ ਉਸ ਤੋਂ ਬਾਅਦ, ਪਰ ਇੱਕ ਸਵਾਲ ਤਾਂ ਪ੍ਰਮੋਸ਼ਨ ਦਾ ਹੈ ਕਿ ਪ੍ਰਮੋਸ਼ਨ ਕਿਸ ਤਰ੍ਹਾਂ ਨਾਲ ਜਿਹੜੀ ਹੈ ਉਹਦੀ ਦਿੱਤੀ ਗਈ, ਇਨ ਸਪਾਈਟ ਆਫ ਦੀ ਫੈਕਟ ਕਿ ਇੱਕ ਕ੍ਰਿਮੀਨਲ ਕੇਸ CBI ਨੇ ਜਿਹੜਾ ਵਾ ਉਹ ਫਾਈਲ ਕੀਤਾ ਔਰ CBI ਕੋਰਟ ਦਿੱਲੀ ਦੇ ਵਿੱਚ ਪੈਂਡਿੰਗ। ਬਾਟ ਸਾਹਿਬ, ਉਸ ਕੇਸ ਦੇ ਬਾਰੇ ਮੈਂ ਕਹਿਣਾ ਚਾਹੁੰਦਾ ਕਿ ਕੱਲ CBI ਨੇ ਉੱਥੇ ਆਪਣੀ ਐਪਲੀਕੇਸ਼ਨ ਲਾਈ ਸੀ, ਉਹਦੇ 'ਚ ਕਿਹਾ ਸੀ ਵੀ ਇਹਦੀ ਜਿਹੜੀ ਹੈ ਨਿੱਜੀ ਪੇਸ਼ੀ ਤੋਂ ਜਿਹੜੀ ਛੋਟ ਦਿੱਤੀ ਹੈ ਉਹ ਵਾਪਸ ਲਈ ਜਾਵੇ, ਤੇ ਉਹਦੀ ਸੁਣਵਾਈ 12 ਤਰੀਕ ਨੂੰ ਹੋਣੀ ਹੈ। ਜਿਹੜਾ ਸੈਣੀ ਮੋਟਰ ਵਾਲਾ ਕੇਸ ਹੈ ਨਾ, ਜਿਹੜੇ ਡਿਸਅਪੀਅਰੈਂਸ ਵਾਲਾ ਕੇਸ ਹੈ, ਉਹਦੇ ਬਾਰੇ ਕੀ ਤੁਹਾਡਾ ਖਿਆਲ? ਇਹ ਨਾ ਕੜੀ ਤੋਂ ਕੜੀ ਆਪਾਂ ਜਿਹੜੀ ਕੱਢੀ ਜਾਵਾਂਗੇ, ਤੇ ਜੇ ਜੰਮੂ ਸਾਹਿਬ ਇਹ ਤੀਜਾ ਕੇਸ ਹੈ, 2 ਡਿਸਕਸ ਕੀਤੇ, ਤੀਜਾ ਕੇਸ ਹੈ। ਮੈਂ ਕਹਿੰਦਾ ਕਿ ਜੇ ਆਪਾਂ ਇਹਦੀਆਂ ਜਿਹੜੀ ਇੱਕ ਕਮਿਸ਼ਨ ਕੋ ਬਣੇ, ਜਿਹਨੂੰ ਇੱਕ ਟਰੁੱਥ ਕਮਿਸ਼ਨ ਕਹਿੰਦੇ ਆ, ਜਿਵੇਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਦੋਂ ਇਹੋ ਜਿਹੇ ਹਾਲਾਤ ਪੈਦਾ ਹੋਏ ਤੇ ਉਹਦੇ ਵਿੱਚ ਬਹੁਤ ਸਾਰੀਆਂ ਜਾਤੀਆਂ ਵੀ ਹੋਈਆਂ, ਬਹੁਤ ਸਾਰੇ ਲੋਕ ਵੀ ਮਾਰੇ ਗਏ, ਤੇ ਉਹਨਾਂ ਨੇ ਆਖਰ ਦੇ ਵਿੱਚ ਜਦੋਂ ਹਾਲਾਤ ਨਾਰਮਲ ਬਣੇ ਤਾਂ ਉਹਨਾਂ ਨੇ ਇਹ ਕੀਤਾ ਕਿ ਯਾਰ ਬਹੁਤ ਜਿਹੜੀਆਂ ਉਹ ਗਲਤ ਗੱਲਾਂ ਹੋਈਆਂ, ਘੱਟੋ ਘੱਟ ਅਸੀਂ ਇੱਕ ਕਮਿਸ਼ਨ, ਟਰੁੱਥ ਕਮਿਸ਼ਨ, ਜੇ ਅਸੀਂ ਆਫਿਸਰ ਦੇ ਖਿਲਾਫ, ਸਰਕਾਰ ਦੇ ਖਿਲਾਫ ਉਸ ਵੇਲੇ ਜਿਨ੍ਹਾਂ ਨੇ ਕੀਤੇ ਕਿ ਅਸੀਂ ਇਹ ਨਹੀਂ ਕਰ ਸਕਦੇ, ਐਕਸ਼ਨ ਨਹੀਂ ਲੈ ਸਕਦੇ, ਘੱਟੋ ਘੱਟ ਅਸੀਂ ਇੱਕ ਜਿਹੜਾ ਵਾ ਟਰੁੱਥ ਕਮਿਸ਼ਨ ਤਾਂ ਬਣਾ ਦਈਏ, ਇੱਕ ਸੱਚਾਈ ਫੈਕਟ ਫਾਈਂਡਿੰਗ ਕਮਿਸ਼ਨ ਤਾਂ ਬਣਾ ਦਈਏ ਕਿ ਸਾਰਾ ਕੁਝ ਹੋਇਆ, ਉਹਦੇ ਵਿੱਚ ਕਿੰਨੇ ਨਿਰਦੋਸ਼ ਲੋਕ ਜਿਹੜੇ ਉਹ ਜਿਨ੍ਹਾਂ ਦੀਆਂ ਜਾਨਾਂ ਗਈਆਂ। ਜਿਵੇਂ ਸਾਊਥ ਅਫਰੀਕਾ ਦੇ ਵਿੱਚ ਜਿਹੜਾ ਵਾ ਉਹ ਜਿਹੜੀ ਗੋਰੀ ਸਰਕਾਰ ਸੀ ਉਸ ਵੇਲੇ ਦੀ, ਬੋਥਾ ਸਰਕਾਰ ਸੀ, ਤੇ ਉਹਨਾਂ ਨੇ ਕਾਲਿਆਂ ਦੇ ਉੱਤੇ ਕਿੰਨੇ ਜਬਰ ਕੀਤੇ। ਪਰ ਜਿਸ ਵੇਲੇ ਜਿਹੜਾ ਵਾ ਨੈਲਸਨ ਮੰਡੇਲਾ ਰਿਹਾ ਹੋ ਕੇ 27 ਸਾਲ ਦੇ ਬਾਅਦ ਜੇਲ੍ਹ ਦੇ ਵਿੱਚ ਜਿਹੜਾ ਰਿਹਾ ਹੋ ਕੇ ਆਇਆ ਤੇ ਉਹਦੀ ਸਰਕਾਰ ਬਣੀ, ਤਾਂ ਉਹਨੇ ਇੱਕ ਟਰੁੱਥ ਕਮਿਸ਼ਨ ਬਣਾਇਆ ਕਿ ਘੱਟੋ ਘੱਟ ਅਸੀਂ ਲੋਕਾਂ ਦੇ ਸਾਹਮਣੇ ਸੱਚ ਤਾਂ ਦੱਸ ਦਈਏ ਵੀ ਇਹ ਕੀ ਹੋਇਆ। ਹਾਂਜੀ ਬਾਟ ਸਾਹਿਬ, ਇੱਥੇ ਹੀ ਅਸੀਂ ਲੈਂਦੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਠੀਕ। ਜੇਕਰ ਤੁਸੀਂ ਆਪਣੇ ਸੁਪਨਿਆਂ ਦੇ ਘਰ ਦੀ ਤਲਾਸ਼ ਵਿੱਚੋਂ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਅਸੀਂ ਤੁਹਾਨੂੰ ਨਿਊਯਾਰਕ ਵਿੱਚ ਵਾਜਿਬ ਰੇਟ ਤੇ ਸਾਫ਼ ਸੁਥਰਾ ਘਰ ਬਣਾ ਕੇ ਅਤੇ ਰੈਨੋਵੇਟ ਕਰਕੇ ਦੇਵਾਂਗੇ। ਜੀ ਹਾਂ, ਸਾਡੇ ਕੋਲ ਨਿਊਯਾਰਕ ਵਿੱਚ ਕਈ ਘਰ ਬਿਲਕੁਲ ਤਿਆਰ ਪਏ ਨੇ। ਫਿਰ ਦੇਰ ਕਿਸ ਗੱਲ ਦੀ? ਕਾਲ ਕਰਨ ਲਈ ਡਾਇਲ ਕਰੋ 9172250888 ਤੇ। ਅਸ਼ੋਕ ਮਾਹੀ ਜੀ ਤੁਹਾਡੇ ਲਈ ਆਪਣੇ ਘਰ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਨ। ਪਿਆਰੇ ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਬਾਟ ਸਾਹਿਬ ਨਾਲ ਗੱਲਬਾਤ ਕਰ ਰਹੇ ਸੀਗੇ ਇਸ ਮਾਮਲੇ ਦੇ ਬਾਰੇ, ਤੇ ਅੱਗੇ ਜਿਹੜਾ ਸੈਣੀ ਕੇਸ ਅਸੀਂ ਡਿਸਕਸ ਕੀਤੇ ਆ, ਤੇ
ਸਾਡੇ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਆ ਉਹ ਕੋਈ ਸਵਾਲ ਜਵਾਬ ਵੀ ਇਹਦੇ ਤੇ ਕਰ ਸਕਦੇ ਆ। 2 ਨੰਬਰ ਜਿਹੜੇ ਆ ਉਹ ਸਾਡੇ ਸਕਰੀਨ ਤੇ ਚੱਲ ਰਹੇ, ਇੱਕ ਵਿਦੇਸ਼ ਦਾ ਨੰਬਰ ਹੈ, ਇੱਕ ਸਾਡਾ ਚੰਡੀਗੜ੍ਹ ਦਾ ਨੰਬਰ ਹੈ। ਫੇਸਬੁੱਕ ਤੇ ਸਾਡੇ ਨਾਲ ਕਾਫੀ ਸੱਜਣ ਜੁੜੇ ਨੇ ਤੇ ਉਹਨਾਂ ਦੇ ਨਾਲੋਂ ਨਾਲ ਰਿਸਪੌਂਸ ਵੀ ਆ ਰਿਹਾ ਹੈ, ਉਹਨਾਂ ਨੇ ਟਿੱਪਣੀਆਂ ਵੀ ਕਰ ਰਿਹਾ, ਕੋਈ ਕਹਿ ਰਿਹਾ ਕਾਨੂੰਨ ਅੰਨਾ ਹੈ, ਕੋਈ ਕੁਝ ਬਦਲ, ਹਰ ਇੱਕ ਉਹ ਆਪੋ ਆਪਣੀ ਜਿਹੜੀ ਢੰਗ ਨਾਲ ਗੱਲ ਜਿਹੜੀ ਆ ਉਹ ਕਰ ਰਿਹਾ। ਸੋ ਬਾਟ ਸਾਹਿਬ, ਅਸੀਂ ਜਿਹੜਾ ਤੀਜਾ ਕੇਸ ਹੈ, ਜਿਹੜੇ 3 ਸੱਜਣ ਡਿਸਅਪੀਅਰੈਂਸ ਦਾ ਮਾਮਲਾ, ਉਹਦੇ 'ਚ ਹੁਣ 12 ਅਕਤੂਬਰ ਨੂੰ ਸੁਣਵਾਈ ਹੋਣੀ ਤੇ ਕੱਲ ਜਿਹੜੇ ਮਲਤਾਨੀ ਕੇਸ ਦੇ ਵਿੱਚ ਵਕੀਲ ਨੇ ਪ੍ਰਦੀਪ ਸਿੰਘ ਵਿਰਕ, ਉਹਨਾਂ ਕਿਹਾ ਵੀ ਅਸੀਂ ਵਿਰੋਧ ਕਰਾਂਗੇ ਵੀ ਇਹਨੂੰ ਸਿਕਿਉਰਿਟੀ ਦੀ ਵੀ ਕੋਈ ਲੋੜ ਨਹੀਂਗੀ, ਜਿਹੜਾ ਬੰਦਾ ਸਿਕਿਉਰਿਟੀ ਛੱਡ ਕੇ ਭੱਜ ਸਕਦਾ ਉਹਨੂੰ ਇਹ ਸਿਕਿਉਰਿਟੀ ਦੀ ਕੀ ਲੋੜ ਹੈ। ਦੇਖੋ ਜੀ, ਵਿਰਕ ਸਾਹਿਬ ਨੇ ਜਿਹੜੀ ਆ ਆਪਦੀ ਗੱਲ ਕਹੀ ਹੈ, ਪਰ ਮੈਂ ਉਸ ਤੋਂ ਪਿੱਛੇ ਜਾਣਾ ਚਾਹੁੰਦਾ। ਮੈਂ ਇਸ ਗੱਲ 'ਚ ਜਾਣਾ ਚਾਹੁੰਦਾ ਮੈਂ ਜੰਮੂ ਸਾਹਿਬ ਕਿ ਕੀ ਪੋਸੀਬਲ ਹੈ ਕਿ ਇੱਕ 25 ਸਾਲ ਤੋਂ ਉੱਪਰ ਇੱਕ ਘਟਨਾ ਹੋਈ ਹੋਵੇ ਤੇ ਉਹਦੀ ਜਿਹੜੀ ਆ ਅਜੇ ਤੱਕ ਸੁਣਵਾਈ ਕੰਪਲੀਟ ਨਾ ਹੋਵੇ, ਕੋਈ ਫੈਸਲਾ ਅਜੇ ਤੱਕ ਨਾ ਆਵੇ। ਮੈਂ ਕਹਿੰਦਾ ਕਿ ਜਿਹੜਾ ਕਾਨੂੰਨ, ਜਿਹੜਾ ਤੁਸੀਂ ਕਿਹਾ ਨਾ, ਦਰਸ਼ਕਾਂ ਨੇ ਕਿਹਾ ਕਿ ਕਾਨੂੰਨ ਅੰਨਾ ਹੈ, ਮੈਂ ਕਹਿੰਦਾ ਕਾਨੂੰਨ ਅੰਨਾ ਵੀ ਹੈ, ਕਾਨੂੰਨ ਬੋਲਾ ਵੀ ਹੈ ਤੇ ਕਾਨੂੰਨ ਲੰਘਣਾ ਵੀ ਹੈ ਤੇ ਕਾਨੂੰਨ 2 ਪਾਸੜ ਹੈ, 2 ਪਾਸੜ ਹੈ। ਇੱਕ ਉਹ ਆ ਜਿਹੜੇ ਬੜੇ ਪ੍ਰਿਵਿਲੇਜ ਕਲਾਸ ਦੇ ਆ ਤੇ ਇੱਕ ਉਹ ਆ ਜਿਹੜਾ ਵਿਚਾਰਾ ਸਧਾਰਨ ਆਦਮੀ ਆ, ਆਮ ਆਦਮੀ ਜਿਹਨੂੰ ਅਸੀਂ ਕਹਿ ਦਈਏ। ਕਿਤੇ ਪੋਸੀਬਲ ਮੈਂ ਪੰਜਾਬ ਦੇ ਵਿੱਚ ਜਾਂ ਕਿਤੇ ਹੋਰ ਮੈਨੂੰ ਇਹੋ ਜਿਹਾ ਕੋਈ ਕੇਸ ਜਿਹੜਾ ਵਾ ਉਹ ਮੇਰੀ ਨੌਲੇਜ ਦੇ ਵਿੱਚ, ਮੇਰੀ ਨਜ਼ਰ ਦੇ ਵਿੱਚ ਨਹੀਂ ਹੈ ਜਿਹੜਾ ਇੰਨੇ ਸਾਲਾਂ ਦਾ ਕੇਸ ਜਿਹੜਾ ਪਿਆ ਹੋਵੇ। ਔਰ ਮੈਂ ਇਹ ਵੀ ਦੱਸ ਦਵਾਂ ਕਿ ਇਹ ਕੇਸ ਜਿਹੜਾ ਹੈ ਇਹ ਰਜਿਸਟਰ ਪੰਜਾਬ ਦੇ ਵਿੱਚ ਹੋਇਆ ਸੀ, ਪਰ ਜਿਹੜੇ ਇਹਦੇ ਤੇ ਜਿਹੜੇ ਵਿਕਟਮ ਸੀ, ਜਿਹੜੇ ਮਤਲਬ ਜਿਨ੍ਹਾਂ ਦੇ ਬੰਦੇ ਜਿਹੜੇ ਆ ਉਹ ਗੁੰਮ ਹੋਏ ਉਹ ਪਰਿਵਾਰ ਦੇ, ਉਹਨਾਂ ਨੇ ਰਿਟ ਪਾ ਕੇ ਸੁਪਰੀਮ ਕੋਰਟ ਦੇ ਵਿੱਚ ਇਹ ਕਿਹਾ ਸੀ ਕਿ ਪੰਜਾਬ ਦੇ ਵਿੱਚ ਸਾਨੂੰ ਨਿਆਂ ਨਹੀਂ ਮਿਲਣਾ, ਕਿਉਂਕਿ ਇੱਥੇ ਜਿਹੜਾ ਪੁਲਿਸ ਮੁਖੀ ਆ ਬੜੇ ਵੱਡੇ ਅਹੁਦਿਆਂ ਤੇ ਆ, ਪੁਲਿਸ ਸਾਰੀ ਇਹਦੀ ਕੰਟਰੋਲ ਦੇ ਵਿੱਚ ਹੈ ਤੇ ਇਹ ਸਰਕਾਰ ਵੀ ਜਿਹੜੀ ਇਹਦੇ ਨਾਲ ਮਿਲੀ ਹੋਈ ਹੈ, ਇਸ ਕਰਕੇ ਸਾਨੂੰ ਇੱਥੇ ਇਨਸਾਫ ਨਹੀਂ ਮਿਲਣਾ। ਇਸ ਕਰਕੇ ਇਹ ਕੇਸ ਪੰਜਾਬ 'ਚੋਂ ਟਰਾਂਸਫਰ ਕਰਕੇ ਦਿੱਲੀ ਲਿਆਇਆ ਜਾਵੇ। ਤਾਂ ਸੁਪਰੀਮ ਕੋਰਟ ਨੇ ਕੇਸ ਜਿਹੜਾ ਵਾ ਉਹ ਪੰਜਾਬ ਤੋਂ ਚੱਕ ਕੇ, ਕਿਉਂਕਿ ਲੁਧਿਆਣੇ ਤੋਂ ਮੇਰਾ ਖਿਆਲ ਪਹਿਲਾਂ ਕੇਸ ਅੰਬਾਲੇ ਗਿਆ ਸੀ, ਅੰਬਾਲੇ ਤੋਂ ਬਾਅਦ ਉੱਥੇ ਗਿਆ, ਦਿੱਲੀ ਗਿਆ। ਬਿਲਕੁਲ ਠੀਕ ਹੈ, ਕਿਉਂਕਿ ਇਹ ਘਟਨਾ ਜਿਹੜੀ ਹੈ ਡਿਸਅਪੀਅਰੈਂਸ ਦੀ ਇਹ ਚੰਡੀਗੜ੍ਹ ਦੇ ਵਿੱਚ ਹੋਈ। ਚੰਡੀਗੜ੍ਹ ਦੀ ਹਾਈ ਕੋਰਟ ਕੰਪਲੈਕਸ ਦੇ ਵਿੱਚੋਂ ਜਿਹੜੇ ਆ ਉਹ ਬੰਦੇ ਦਿਨ ਦਿਹਾੜੇ ਬੰਦੇ ਜਿਹੜੇ ਆ ਉਹ ਚੱਕੇ ਗਏ। ਉਸ ਤੋਂ ਬਾਅਦ ਜਿਹੜਾ ਵਾ ਕੇਸ ਕੋਈ ਦਰਜ ਨਹੀਂ ਹੋਇਆ, ਫਿਰ ਉਹਨਾਂ ਨੂੰ ਜਿਹੜਾ ਕੋਰਟ ਦੇ ਵਿੱਚ ਆਉਣਾ ਪਿਆ ਤੇ ਫਿਰ CBI ਨੇ ਉਹਦੀ ਇਨਵੈਸਟੀਗੇਸ਼ਨ ਕਰਕੇ ਇਹ ਕੇਸ ਜਿਹੜਾ ਵਾ ਦਰਜ ਕੀਤਾ। ਪਰ ਉਸ ਕੇਸ ਦੇ ਵਿੱਚ ਵੀ ਮੈਂ ਕਹਿੰਦਾ ਜੀ ਇੱਕ ਜਿਹੜਾ ਮਾਮੂਲੀ ਜਿਹਾ ਕੇਸ ਹੈ ਨਾ, ਈਵਨ ਕਿ ਜਿਹੜਾ ਮੈਟਰੀਮੋਨੀਅਲ ਜਿਹਨੂੰ ਕੇਸ ਅਸੀਂ ਕਹਿ ਸਕਦੇ ਹਾਂ 498A ਦਾ, ਮੀਆਂ ਬੀਵੀ ਚ ਲੜਾਈ ਹੈ, ਤਕਰਾਰ ਹੋ ਗਿਆ, ਦਾਜ ਦਹੇਜ ਦਾ ਕੇਸ ਬਣ ਗਿਆ, ਉਹਦੀ ਜ਼ਮਾਨਤ ਵੀ ਜਿਹੜੀ ਹੈ ਨਾ ਉਹ ਹਾਈ ਕੋਰਟ ਤੱਕ ਨਹੀਂ ਹੁੰਦੀ, ਉਹਦੀ ਵੀ ਜ਼ਮਾਨਤ। ਤੇ ਇਹ ਜਿਹੜਾ ਵਾ ਸੈਣੀ ਦਾ ਕੇਸ, 3 ਬੰਦੇ ਡਿਸਅਪੀਅਰ ਆ, ਪਤਾ ਨਹੀਂ ਕਿੱਥੇ ਗਏ, ਕਿਡਨੈਪ ਦਾ ਕੇਸ ਹੈ ਵੀ ਇਹਨਾਂ ਨੂੰ ਉਹਦੀ ਜਿਹੜੀ ਜ਼ਮਾਨਤ ਹੈ ਉਹ ਹੋ ਗਈ, 1 ਦਿਨ ਜਿਹੜਾ ਵਾ ਉਹ ਅੰਦਰ ਨਹੀਂ ਗਿਆ। ਸਾਹਿਬ, ਇਹ ਗੱਲ ਬੜੀ ਸਪਸ਼ਟ ਹੈ ਕਿ ਸੈਣੀ ਦੇ ਮਾਮਲੇ ਦੇ ਵਿੱਚ ਜਸਟਿਸ ਝਾਂਜੀ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ, ਅਦਾਲਤ ਦੇ ਵਿੱਚ ਜਾ ਕੇ ਦਿੱਤੀਆਂ। ਉਹ ਤੋਂ ਬਾਅਦ ਜਿਹੜੇ ਜਸਟਿਸ ਤੀਰਥ ਸਿੰਘ ਹੈ, ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਬਣੇ, ਉਹਨਾਂ ਨੇ ਆਪ ਇਸ ਮਾਮਲੇ ਤੇ ਕਿਹਾ, ਜਦੋਂ ਫੋਨ ਟੈਪਿੰਗ ਦਾ ਮਾਮਲਾ ਆਇਆ ਉਹਦੇ 'ਚ ਵੀ ਕੁਝ ਨਹੀਂ ਹੋਇਆ, ਬਿਲਕੁਲ ਝਾਂਜੀ ਵਾਲੇ ਮਾਮਲੇ 'ਚ ਵੀ ਕੁਝ ਨਹੀਂ ਹੋਇਆ, ਪੁੱਲੇ ਨੇ ਜਾ ਕੇ ਮਤਲਬ ਅਦਾਲਤ ਦੇ ਵਿੱਚ ਜੋ ਕੁਝ ਕੀਤਾ, ਮਤਲਬ ਇੱਕ ਨਹੀਂ ਅਨੇਕਾਂ ਕੇਸ ਨੇ। ਮਤਲਬ ਤੁਸੀਂ ਮੈਂ ਇਹੀ ਗੱਲ ਮੈਂ ਜੰਮੂ ਸਾਹਿਬ ਕਰਨ ਜਾ ਰਿਹਾ ਸੀ ਕਿ ਤੁਸੀਂ ਦੇਖੋ ਅੱਜ ਤਾਂ ਜਿਹੜਾ ਉਹ ਪ੍ਰਸ਼ਾਂਤ ਭੂਸ਼ਣ ਹੈ ਨਾ, ਉਹਨੇ 2 ਟਵੀਟ ਕੀਤੇ ਵੀ ਇਹ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਇਹ ਨਿਆਂ ਨਹੀਂ ਹੋ ਰਿਹਾ ਜਾਂ ਇਹ ਚੀਜ਼ਾਂ ਨੇ, ਤੇ ਉਹਨੂੰ ਚੱਕ ਕੇ ਤੇ ਕੇਸ ਚਲਾ ਕੇ ਉਹਦੇ ਉੱਤੇ ਜਿਹੜਾ ਵਾ ਉਹਨੂੰ ਜਿਹੜੀ ਸਜ਼ਾ ਵੀ ਦੇ ਦਿੱਤੀ, ਉਹਨੂੰ ਦੋਸ਼ੀ ਵੀ ਕਰਾਰ ਦੇ ਦਿੱਤਾ, 1 ਮਹੀਨੇ 'ਚ ਸਾਰਾ ਕੁਝ ਹੋ ਗਿਆ। ਪਰ ਇਹ ਸੈਣੀ ਜਿਹੜਾ ਵਾ, ਜਿਹਨੇ ਹਾਈ ਕੋਰਟ ਦੇ ਜੱਜ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ, ਜਿਹਨੇ ਹਾਈ ਕੋਰਟ ਦੇ ਵਿੱਚੋਂ ਕੰਪਲੈਕਸ ਦੇ ਵਿੱਚੋਂ ਬੰਦੇ ਜਿਹੜੇ ਆ ਉਹ ਚੱਕੇ, ਜਿਸ ਨੇ ਜਿਹੜਾ ਵਾ ਹਰ ਪੱਧਰ ਦੇ ਉੱਤੇ ਕੀ ਕੀਤਾ, ਇਹ ਸਾਰਾ ਕੁਝ ਸਾਹਮਣੇ 1 ਦਿਨ ਅੰਦਰ ਨਹੀਂ ਗਿਆ। ਮੈਂ ਜਿਹੜੀ ਇਹ ਗੱਲ ਕਹਿਣ ਡਿਆ ਸਾਂ ਕਿ ਜਿਹੜਾ ਹੁਣ ਦਿੱਲੀ ਦੇ ਵਿੱਚ ਕੇਸ ਉਹ ਚੱਲ ਰਿਹਾ, ਉਹਦਾ ਡਿਸਅਪੀਅਰੈਂਸ ਦਾ ਜਿਹੜਾ ਇੱਥੋਂ ਟਰਾਂਸਫਰ ਕਰਕੇ ਸੁਪਰੀਮ ਕੋਰਟ ਦੇ ਆਰਡਰ ਦੇ ਉੱਤੇ ਹੁਣ ਦਿੱਲੀ ਦੇ ਵਿੱਚ ਕੇਸ ਚੱਲ ਰਿਹਾ, ਤਾਂ ਉਹਦੇ ਵਿੱਚ ਇਹਨੂੰ ਨਿੱਜੀ ਪੇਸ਼ੀ ਤੋਂ ਛੋਟ ਮਿਲੀ ਹੋਈ ਹੈ। ਇਸ ਕਰਕੇ ਛੋਟ ਮਿਲੀ ਹੋਈ ਹੈ ਕਿ ਇਹਨੂੰ ਬਹੁਤ ਵੱਡਾ ਜਿਹੜਾ ਖਤਰਾ ਵਾ ਇਹਦੀ ਜਾਨ ਨੂੰ, ਇਸ ਕਰਕੇ ਇਹਨੂੰ ਪਰਸਨਲ ਜਿਹੜੀ ਅਪੀਅਰੈਂਸ ਹੈ ਉਹ ਇਸ ਕਰਕੇ ਇਹਦੀ ਜਿਹੜੀ ਆ ਜ਼ਰੂਰਤ ਨਾ ਸਮਝੀ ਜਾਵੇ। ਹੁਣ ਉਹ ਐਪਲੀਕੇਸ਼ਨ ਦੇ ਉੱਤੇ ਹੁਣ ਜਿਹੜਾ ਵਾ ਉਹ CBI ਵਾਲੇ ਵੀ ਪਾ ਰਹੇ ਆ, ਇਸ ਕੇਸ ਦੇ ਵਿੱਚ ਵੀ ਜਿਹੜੇ ਵਿਕਟਮ ਹੈ ਉਹ ਪਰਿਵਾਰ ਵੀ ਜਿਹੜਾ ਵਾ ਉਹ ਪਾ ਰਿਹਾ ਕਿ ਹਾਂ ਇਹਨੂੰ ਨਹੀਂ ਮਿਲਣੀ ਚਾਹੀਦੀ। ਮੈਂ ਵੀ ਇਹ ਗੱਲ ਸਮਝਦਾ ਕਿ ਕੋਈ ਮਤਲਬ ਨਹੀਂ ਹੈ। ਪਹਿਲੀ ਗੱਲ ਤਾਂ ਹੈ
ਨਿੱਜੀ ਛੋਟ ਜਿਹੜੀ ਹੈ ਉਹ ਬਹੁਤ ਹੀ ਐਕਸੈਪਸ਼ਨਲ ਚੀਜ਼ਾਂ ਦੇ ਵਿੱਚ ਹੁੰਦੀ ਹੈ, ਜਿੱਥੇ ਕੋਈ ਬਹੁਤ ਹੀ ਇਹੋ ਜਿਹੇ ਹਾਲਾਤ ਹੋਣ ਕਿ ਹਾਂ ਠੀਕ ਹੈ ਨਹੀਂ ਹੁੰਦਾ। ਦੇਖੋ ਸਿਕਿਉਰਿਟੀ ਹੈ, ਸਿਕਿਉਰਿਟੀ ਦੇ ਨਾਲ ਚੱਲ ਜਾਵੇ ਉੱਥੇ, ਕਿਆ ਖਤਰਾ ਇਹਨੂੰ ਕੀ ਹੈ? ਐਡੀ ਵੱਡੀ Z+ ਸਿਕਿਉਰਿਟੀ ਹੈ, ਆਪਦੀ ਸਿਕਿਉਰਿਟੀ ਦੇ ਨਾਲ ਕੋਰਟ ਦੇ ਵਿੱਚ ਜਾਵੇ। ਔਰ ਮੈਂ ਵੀ ਦੱਸਦਾ ਹਾਂ ਜੰਮੂ ਸਾਹਿਬ ਕਿ ਸੁਪਰੀਮ ਕੋਰਟ ਦੇ ਵਿੱਚ ਇਹ ਬਾਰ-ਬਾਰ ਕੇਸ ਜਿਹੜਾ ਵਾ ਉਹ ਗਿਆ ਕਿ ਇਸ ਕੇਸ ਦਾ ਫੈਸਲਾ ਅਦਾਲਤ ਦੇ ਵਿੱਚ ਨਹੀਂ ਹੋ ਰਿਹਾ। ਔਰ ਇਹ ਵੀ ਮੈਂ ਦੱਸ ਦੇਵਾਂ ਕਿ ਦੇਖੋ CBI ਨੂੰ ਅਸੀਂ ਕਹਿੰਦੇ ਆ ਨਾ, ਬਹੁਤ ਸਾਰੇ ਸਾਡੇ ਜਿਹੜੇ ਲੋਕ ਹੈ ਉਹ ਕਹਿੰਦੇ ਜੀ CBI ਦੀ ਇਨਕੁਆਇਰੀ ਕਰ ਦਿਓ। ਸਾਡੇ ਕੋਲ ਵੀ ਜੇ ਕੋਈ ਕੇਸ ਆਉਂਦੇ ਆ ਨਾ ਤੇ ਕਹਿੰਦੇ ਜੀ ਇਹ ਪੰਜਾਬ ਪੁਲਿਸ ਨੇ ਕੁਝ ਨਹੀਂ ਕਰਨਾ, ਇਸ ਕਰਕੇ ਇਹ ਕੇਸ ਜਿਹੜਾ ਨਾ ਆਪਾਂ ਹਾਈ ਕੋਰਟ ਚ ਪਾਈਏ ਕਿ CBI ਨੂੰ ਦਿੱਤਾ ਜਾਵੇ। ਹੁਣ ਇਸ ਕੇਸ ਦੇ ਵਿੱਚ ਸੈਣੀ ਦੇ ਡਿਸਅਪੀਅਰੈਂਸ ਵਾਲੇ ਕੇਸ ਦੇ ਵਿੱਚ ਜਿਹੜਾ IOC ਹੈ CBI ਦਾ ਸੀ, ਉਹ ਖੁਦ ਜਿਹੜਾ ਵਾ ਉਹਨੇ ਕੇਸ ਪ੍ਰੋਸੀਕਿਊਸ਼ਨ ਦਾ ਕੇਸ ਸਪੋਰਟ ਨਹੀਂ ਕੀਤਾ, ਉਹ ਮੁੱਕਰ ਗਿਆ, ਵਿਰੋਧ ਦੇ ਵਿੱਚ ਚਲਾ ਗਿਆ। ਨਹੀਂ ਮੈਂ ਤਾਂ ਇਹ ਜਿਹੜੀ ਜਾਂਚ ਸੀ ਕੁਝ ਨਹੀਂ ਕੀਤਾ ਹੈ, ਇਸ ਕਰਕੇ ਜਿਹੜਾ ਸੈਣੀ ਹੈ ਉਹ ਕੋ ਦੋਸ਼ੀ। CBI ਦਾ ਆਫੀਸਰ, ਇਨਵੈਸਟੀਗੇਟਿੰਗ ਆਫੀਸਰ, ਕੀ ਆਪਾਂ ਮੰਨ ਸਕਦੇ ਹਾਂ ਕਿ ਉਹ ਵੀ ਜਿਹੜਾ ਵਾ ਮੁੱਕਰ ਗਿਆ ਹੋਵੇ ਜਾ ਕੇ ਕੋਰਟ ਦੇ ਵਿੱਚ ਤੇ ਕੋਰਟ ਦੇ ਕੇਸ ਨੂੰ ਸਪੋਰਟ ਨਾ ਕੀਤਾ ਹੋਵੇ? ਔਰ ਇਸ ਸਾਲ ਦੇ ਵਿੱਚ ਮੈਂ ਜਿਹੜੀ ਗੱਲ ਕਹਿ ਰਿਹਾ, 1 ਮਿੰਟ ਦੇ ਮੈਂ ਕਨਕਲੂਡ ਕਰਦਾ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਇਹਦੀ ਜਿਹੜੀ ਡੇ ਟੂ ਡੇ ਬੇਸਿਸ ਜਿਹੜਾ ਵਾ ਉਹ ਸੁਣਵਾਈ ਹੋਈ ਜਾਵੇ, ਪਰ ਅੱਜ ਤੱਕ ਉਹ ਕੇਸ ਜਿਹੜਾ ਵਾ ਉੱਥੇ ਦਾ ਉੱਥੇ ਹੀ ਖੜਾ। ਉਹਦਾ ਕਦੋਂ ਫੈਸਲਾ ਹੋਊਗਾ, ਕਦੋਂ ਨਹੀਂ ਹੋਊਗਾ? ਉਹਨਾਂ ਜਿਹੜੇ ਉਹ ਬੰਦੇ ਮਾਰੇ ਗਏ, ਉਹਨਾਂ ਦੀ ਮਾਂ ਸੀ ਜਿਹੜੀ ਬਹੁਤ ਵੱਡੀ ਉਮਰ ਦੀ ਸੀ, ਉਹਨੇ ਬਾਰ-ਬਾਰ ਜਾ ਕੇ ਕੋਰਟ 'ਚ ਕਿਹਾ, ਸੁਪਰੀਮ ਕੋਰਟ 'ਚ ਵੀ ਪਾਇਆ ਕਿ ਮੈਂ ਮਰ ਜਾਣਾ ਵਾਂ, ਮੇਰੀ ਜਿਹੜੀ ਉਮਰ ਇੰਨੀ ਹੋ ਗਈ ਹੈ, ਮੈਨੂੰ ਇਹ ਬਿਮਾਰੀਆਂ, ਮੇਰੇ ਮਰਨ ਤੋਂ ਪਹਿਲਾਂ ਮੇਰਾ ਬਿਆਨ ਜਿਹੜਾ ਵਾ ਕੋਰਟ 'ਚ ਲੈ ਲਓ। ਕੀ ਮੰਨ ਸਕਦੇ ਹਾਂ ਕਿ ਸਾਡੇ ਇਸ ਨਿਆਂ ਢਾਂਚੇ ਦੇ ਵਿੱਚ ਇੱਕ ਜਿਹੜਾ ਵਿਕਟਮ ਹੈ, ਇੱਕ ਜਿਹੜਾ ਸਫਰ ਕੀਤਾ ਬੰਦਾ ਵਾ, ਉਹਨੂੰ ਕੋਰਟ 'ਚ ਜਾਣਾ ਪਵੇ ਕਿ ਜੱਜ ਸਾਹਿਬ ਮੇਰਾ ਬਿਆਨ ਤਾਂ ਰਿਕਾਰਡ ਕਰਾ ਲਓ? ਉਹਦਾ ਬਿਆਨ ਜਿਹੜਾ ਵਾ ਉਹ ਬੜੀ ਮੁਸ਼ਕਲ ਦੇ ਨਾਲ ਰਿਕਾਰਡ ਹੋਇਆ, ਔਰ ਰਿਕਾਰਡ ਹੋਣ ਤੋਂ ਕੁਝ ਸਮੇਂ ਬਾਅਦ ਹੀ, ਕੁਝ ਮਹੀਨਿਆਂ ਬਾਅਦ ਉਸ ਲੇਡੀ ਜਿਹੜੀ ਹੈ ਉਹਦੀ ਡੈਥ ਵੀ ਹੋ ਗਈ। ਇਹ ਇੱਕ ਤਰਾਸਦੀ ਸਾਡੇ ਸਿਸਟਮ ਦੀ ਜਿਹੜੀ ਆ ਉਹ ਹੈ ਕਿ ਇੱਥੇ ਨਿਆਂ ਜਿਹੜਾ ਵਾ ਉਹ ਵਿਕਦਾ ਹੈ ਕਿ ਨਿਆਂ ਹੁੰਦਾ ਹੈ ਜਾਂ ਨਿਆਂ ਕਿਹਦੇ ਲਈ ਹੁੰਦਾ? ਇੱਥੇ ਮੈਂ WhatsApp ਦੱਸਦਾ, ਸਾਡੇ ਨਾਲ ਇੱਕ ਦਰਸ਼ਕ ਜੁੜੇ ਹੋਏ ਪ੍ਰਭੂ ਦਿਆਲ ਸਰਸਾ ਤੋਂ, ਉਹਨਾਂ ਲਿਖਿਆ ਵੀ ਡੇਰਾ ਸਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਜ਼ਮਾਨਤ ਮਿਲੀ ਹੋਈ ਸੀਗੀ ਬਲਾਤਕਾਰ ਦੇ ਕੇਸ 'ਚ, ਪਰ ਉਹ ਇੱਕ ਦਿਨ ਵੀ ਜੇਲ੍ਹ 'ਚ ਨਹੀਂ ਰਿਹਾ। ਖੈਰ ਕਹਿੰਦਾ ਅਲਟੀਮੇਟਲੀ ਇਹ ਹੈ ਵੀ ਉਹਨੂੰ ਗੁਨਾਹਾਂ ਦੀ ਸਜ਼ਾ ਮਿਲ ਗਈ ਤੇ ਹੁਣ ਉਹ ਜੇਲ੍ਹ 'ਚ ਹੈ। ਤਾਂ ਉਹਨੇ ਕਿਹਾ ਵੀ ਇਸੇ ਤਰ੍ਹਾਂ ਹੀ ਸੈਣੀ ਨਾਲ ਵੀ ਵਾਪਰੇਗਾ। ਮਤਲਬ ਇਹ ਸਾਡੇ ਇੱਕ ਦਰਸ਼ਕ ਦਾ ਜਿਹੜੇ ਪ੍ਰੋਗਰਾਮ ਦੇ ਬਿਲਕੁਲ ਸਹਿਮਤ ਹਾਂ ਜੀ ਇਹਨਾਂ ਦੇ ਨਾਲ, ਸਰਸਾ ਸਾਹਿਬ ਦੇ ਨਾਲ ਅਸੀਂ ਬਿਲਕੁਲ ਸਹਿਮਤ ਹਾਂ ਇਸ ਗੱਲ ਦੇ ਉੱਤੇ ਕਿ ਮੈਂ ਪਹਿਲੇ ਇਸੇ ਜਿਹੜਾ ਨਾ ਉਹ ਸੰਦਰਭ ਦੇ ਵਿੱਚ ਮੈਂ ਗੱਲ ਕਰਕੇ ਹਟਿਆ ਕਿ ਇੱਕ ਆਮ ਇੱਕ ਛੋਟਾ ਜਿਹਾ ਕੇਸ ਵੀ ਹੁੰਦਾ ਤਾਂ ਉਹਦੇ ਵਿੱਚ ਇਹ ਹਾਲਤ ਜਿਹੜੀ ਆ ਉਹ ਬਣ ਜਾਂਦੀ ਹੈ। ਪਰ ਇਹ ਜਿਹੜੇ ਇਨਫਲੂਐਂਸ਼ੀਅਲ, ਜਿਹੜੇ ਪ੍ਰਭਾਵਸ਼ਾਲੀ ਵਿਅਕਤੀ ਹੈ, ਉਹ ਜੇਲ੍ਹ ਦੇ ਵਿੱਚ ਨਹੀਂ ਹੁੰਦੇ। ਕਤਲ ਕੱਲਾ ਉਹਨਾਂ ਦੇ ਰੇਪ ਕੇਸ 'ਚ ਨਹੀਂ ਜੀ, ਸਰਸਾ ਸਾਹਿਬ ਉਹਨਾਂ ਦੇ ਕਤਲ ਦਾ ਵੀ ਜਿਹੜਾ ਦੋਸ਼ ਸੀ ਛਤਰਪਤੀ ਦਾ, ਉਹਦੇ ਵਿੱਚ ਵੀ ਨਹੀਂ ਇੱਕ ਦਿਨ ਗਿਆ ਉਹ ਬੰਦਾ, ਸਜ਼ਾ ਹੋ ਗਈ ਬਾਅਦ ਦੇ ਵਿੱਚ ਗਿਆ, ਪਰ ਕੇਸ ਦੇ ਦੌਰਾਨ ਜਦੋਂ ਹੋਇਆ ਉਸ ਵੇਲੇ ਉਸ ਨੂੰ ਵੀ ਜਿਹੜਾ ਹਾਈ ਕੋਰਟ ਦੇ ਵਿੱਚੋਂ ਆ ਕੇ ਜ਼ਮਾਨਤ ਮਿਲ ਗਈ। ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਇੱਕ ਜਿਹੜਾ ਛੋਟਾ ਜਿਹਾ ਕੇਸ ਵੀ ਹੋਵੇ, 326 ਦਾ ਕੇਸ ਹੋਵੇ, ਦਾਜ ਦਹੇਜ ਦਾ ਕੇਸ ਹੋਵੇ, ਹੋਰ ਇਹੋ ਜਿਹਾ ਕੋਈ ਕੇਸ ਹੋਵੇ, ਉਹਦੇ ਵਿੱਚ ਵੀ ਜਿਹੜਾ ਹਾਈ ਕੋਰਟ ਤੱਕ ਜ਼ਮਾਨਤ ਨਹੀਂ ਮਿਲਦੀ। ਪਰ ਇਹਨਾਂ ਲੋਕਾਂ ਨੂੰ ਜਿਹੜੀ ਹੈ ਉਹ ਕਤਲ ਕੇਸ ਦੇ ਵਿੱਚੋਂ ਵੀ, ਰੇਪ ਕੇਸ ਦੇ ਵਿੱਚੋਂ ਵੀ ਜ਼ਮਾਨਤ ਮਿਲੀ ਔਰ ਅੰਦਰ ਨਹੀਂ ਗਿਆ, ਆਖਰ 'ਚ ਭਾਵੇਂ ਉਹਨੂੰ ਜਿਹੜਾ ਵਾ ਉਹ ਸਜ਼ਾ ਹੋ ਗਈ ਉਹਨੂੰ। WhatsApp ਕੁਝ ਮਜਬੂਰੀ ਹੈ, ਇਸ ਕਰਕੇ ਅਸੀਂ ਆਪਣਾ ਸ਼ੋਅ ਜਿਹੜਾ ਥੋੜਾ ਪਹਿਲਾਂ ਖਤਮ ਕਰ ਰਹੇ ਹਾਂ, ਨਹੀਂ ਤਾਂ ਅਸੀਂ ਕਿਸਾਨਾਂ ਦੇ ਮਾਮਲੇ 3 ਆਰਡੀਨੈਂਸ ਨੂੰ ਲੈ ਕੇ ਕੱਲ ਕਿਸਾਨਾਂ ਨੇ ਹਰਿਆਣੇ ਦੇ ਵਿੱਚ ਅੰਦੋਲਨ ਕੀਤਾ ਸੀ, ਕਈ ਥਾਵਾਂ ਤੇ ਉਹਨਾਂ ਨੂੰ ਗ੍ਰਿਫਤਾਰੀਆਂ ਹੋਈਆਂ। ਉਹ ਤੋਂ ਬਾਅਦ ਉਹਨਾਂ ਨੂੰ 4 ਘੰਟੇ GT ਰੋਡ ਵੀ ਰੋਕਿਆ ਕਿਉਂਕਿ ਉਹਨਾਂ ਨੂੰ ਰੈਲੀ ਕਰਨ ਦੀ ਆਗਿਆ ਨਹੀਂ ਸੀ ਦਿੱਤੀ ਗਈ। ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਅੰਦੋਲਨ ਚੱਲ ਰਿਹਾ, ਹਰਿਆਣੇ ਦੇ ਵਿੱਚ ਵੀ ਇਹ ਵੱਡੇ ਪੱਧਰ ਤੇ ਅੰਦੋਲਨ ਚੱਲ ਰਿਹਾ ਤੇ ਉਹਨਾਂ ਨੇ ਦੁਬਾਰਾ ਕਿਹਾ ਵੀ ਅਸੀਂ 2 ਫੇਰ ਜ਼ਿਲ੍ਹਿਆਂ ਦੇ ਵਿੱਚ ਕਰਾਂਗੇ। ਜਿਹੜੇ 3 ਆਰਡੀਨੈਂਸਾਂ ਦੇ ਮੁੱਦੇ ਤੇ ਇਹ ਅੰਦੋਲਨ ਮੱਘਦਾ ਜਾ ਰਿਹਾ, ਪੰਜਾਬ ਦੇ ਵਿੱਚ ਵੀ ਅੰਦੋਲਨ ਤੇਜ਼ ਹੋ ਰਿਹਾ। ਇਸ ਕਰਕੇ ਅਸੀਂ ਹੋਰ ਕੁਝ ਮਾਮਲੇ ਡਿਸਕਸ ਕਰਨੇ ਸੀ, ਉਹ ਨਹੀਂ ਕਰ ਸਕਾਂਗੇ ਤੇ ਇੱਥੇ ਹੀ ਅਸੀਂ ਆਪਣੇ ਦਰਸ਼ਕਾਂ ਤੋਂ ਆਗਿਆ ਲੈਣੇ। ਤੁਹਾਡਾ ਵੀ ਤੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮਿਹਰਬਾਨੀ।